ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਦੇ ਵਿੱਚ ਤਲਖੀ ਵੱਧ ਗਈ ਹੈ। ਸਿੱਖ ਆਗੂ ਹਰਦੀਪ ਸਿੰਘ ਨਿੱਜਰ ਨੂੰ ਲੈ ਕੇ ਪੀਐਮ ਜਸਟਿਨ ਟਰੂਡੋ ਨੇ ਵੱਡਾ ਬਿਆਨ ਦਿੱਤਾ ਹੈ। ਭਾਰਤ ਦੇ ਸਿੱਖ ਆਗੂ ਦੇ ਕਤਲ ਦੇ ਇਲਜ਼ਾਮ ਲਗਾਏ ਨੇ। ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਵਿੱਚ ਭਾਰਤ ਦਾ ਹੱਥ ਹੋ ਸਕਦਾ ਹੈ, ਅਜਿਹਾ ਕਹਿਣਾ ਹੈ ਜਸਟਿਨ ਟਰੂਡੋ ਦਾ। ਨਾਗਰਿਕ ਦੇ ਕਤਲ ਦੇ ਵਿੱਚ ਵਿਦੇਸ਼ੀ ਸਰਕਾਰ ਦੀ ਸ਼ਮੂਲੀਅਤ ਬਰਦਾਸ਼ਤ ਨਹੀਂ ਹੈ। ਕੈਨੇਡਾ ਸਰਕਾਰ ਨੂੰ ਖੁਫੀਆ ਜਾਣਕਾਰੀ ਦੇ ਆਧਾਰ ਤੇ ਇਲਜ਼ਾਮ ਲਗਾਏ ਗਏ ਨੇ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਸਰਕਾਰ ਤੇ ਸਿੱਖ ਆਗੂ ਦੇ ਕਤਲ ਦੇ ਇਲਜ਼ਾਮ ਲਗਾਏ ਨੇ। ਟਰੂਡੋ ਨੇ ਸੋਮਵਾਰ ਨੂੰ ਕੈਨੇਡੀਅਨ ਪਾਰਲੀਮੈਂਟ ਨੂੰ ਦੱਸਿਆ ਕਿ ਭਾਰਤ ਸਰਕਾਰੀ ਏਜੰਟਾਂ ਨੂੰ ਜੂਨ ਮਹੀਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਿੱਖ ਭਾਈਚਾਰੇ ਦੇ ਆਗੂ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਕਰ ਦਿੱਤੀ ਗਈ। ਟਰੂਡੋ ਨੇ ਇਹ ਵੀ ਆਖਿਆ ਕਿ ਉਹਨਾਂ ਨੇ 9-10 ਸਤੰਬਰ ਨੂੰ ਭਾਰਤ ਵਿੱਚ ਹੋਈ G20 ਮੀਟਿੰਗ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਲ ਇਹ ਮੁੱਦਾ ਉਠਾਇਆ ਸੀ। ਉਹਨਾਂ ਨੇ ਦੱਸਿਆ ਕਿ ਉਹ ਕੈਨੇਡਾ ਸਰਕਾਰ ਨੂੰ ਮਿਲੀ ਖੁਫੀਆ ਜਾਣਕਾਰੀ ਦੇ ਆਧਾਰ ਤੇ ਅਜਿਹੇ ਇਲਜ਼ਾਮ ਲਗਾ ਰਹੇ ਨੇ। ਅਟਾਵਾ ਦੇ ਵਿੱਚ ਹਾਊਸ ਆਫ ਕਾਮਨਸ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਆਖਿਆ ਕਿ ਕੈਨੇਡੀਅਨ ਸੁਰੱਖਿਆ ਏਜੰਸੀਆਂ ਭਾਰਤ ਸਰਕਾਰ ਅਤੇ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਦਰਮਿਆਨ ਸੰਭਾਵੀ ਸਬੰਧਾਂ ਦੇ ਦੋਸ਼ਾਂ ਦੀ ਸਰਗਰਮੀ ਦੇ ਨਾਲ ਜਾਂਚ ਕਰ ਰਹੀਆਂ ਨੇ। ਟਰੂਡੋ ਨੇ ਆਖਿਆ ਕਿ ਆਪਣੀ ਧਰਤੀ ਤੇ ਕੈਨੇਡੀਅਨ ਨਾਗਰਿਕ ਦੇ ਕਤਲ ਵਿੱਚ ਕਿਸੇ ਹੋਰ ਦੇਸ਼ ਜਾਂ ਵਿਦੇਸ਼ੀ ਸਰਕਾਰ ਦੀ ਸ਼ਮੂਲੀਅਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਇਹ ਸਾਡੀ ਪ੍ਰਭੂਸੱਤਾ ਦੀ ਉਲੰਘਣ ਹੈ ਜੋ ਕਿ ਪੂਰੀ ਤਰ੍ਹਾਂ ਨਾਲ ਅਸਵੀਕਾਰਨਯੋਗ ਹੈ। ਇਹ ਬੁਨਿਆਦੀ ਨਿਯਮਾਂ ਦੇ ਉਲਟ ਹੈ ਜਿਸ ਦੁਆਰਾ ਇੱਕ ਖੁੱਲ੍ਹਾ ਅਤੇ ਜਮਹੂਰੀ ਸਮਾਜ ਕੰਮ ਕਰਦਾ ਹੈ। ਟਰੂਡੋ ਨੇ ਸੰਸਦ ਵਿੱਚ ਕੀ ਆਖਿਆ ਕਿ ਅੱਜ ਮੈਂ ਸਦਨ ਨੂੰ ਇੱਕ ਬਹੁਤ ਹੀ ਗੰਭੀਰ ਮਸਲੇ ਤੋਂ ਜਾਣੂ ਕਰਵਾਉਣਾ ਚਾਹੁੰਦਾ। ਮੈਂ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਸਿੱਧੇ ਤੌਰ ਤੇ ਸੂਚਿਤ ਕੀਤਾ ਹੈ, ਪਰ ਮੈਂ ਹੁਣ ਸਾਡੇ ਸਾਰੇ ਕੈਨੇਡੀਅਨਸ ਨੂੰ ਦੱਸਣਾ ਚਾਹੁੰਦਾ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਕੈਨੇਡੀਅਨ ਸੁਰੱਖਿਆ ਏਜੰਸੀਆਂ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਜਰ ਤੇ ਭਾਰਤ ਸਰਕਾਰ ਵਿਚਕਾਰ ਸੰਭਾਵੀ ਸਬੰਧਾਂ ਦੇ ਭਰੋਸੇਯੋਗ ਦੋਸ਼ਾਂ ਦੀ ਸਰਗਰਮੀ ਨਾਲ ਜਾਂਚ ਕਰ ਰਹੀਆਂ ਸਨ। ਕੈਨੇਡਾ ਇੱਕ ਕਾਨੂੰਨ ਦੀ ਪਾਲਣਾ ਕਰਨ ਵਾਲਾ ਦੇਸ਼ ਹੈ। ਸਾਡੇ ਨਾਗਰਿਕਾਂ ਦੀ ਸੁਰੱਖਿਆ ਅਤੇ ਸਾਡੀ ਪ੍ਰਭੂਸੱਤਾ ਦੀ ਸੁਰੱਖਿਆ ਬੁਨਿਆਦੀ ਨੇ। ਸਾਡੀ ਮੁੱਖ ਤਰਜੀਹ ਰਹੀ ਹੈ ਕਿ ਸਾਡੀਆਂ ਸੁਰੱਖਿਆ ਏਜੰਸੀਆਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਸਾਰੇ ਕੈਨੇਡੀਅਨਸ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ। ਸਾਡੀ ਸਹਿਯੋਗੀ ਪ੍ਰਿਯੰਕਾ ਮਿੱਲੂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ, ਗੱਲਬਾਤ ਕਰਦੇ ਹਾਂ। ਪ੍ਰਿਯੰਕਾ, ਡਿਟੇਲ ਜਾਣਨੀ ਚਾਹਾਂਗੇ। ਜੀ ਜਸਮੀਤ, ਦੇਖੋ ਭਾਰਤ ਤੇ ਕੈਨੇਡਾ ਦੇ ਸੰਬੰਧਾਂ ਦੀ ਵੀ ਇਸ ਦੇ ਵਿੱਚ ਚਰਚਾ ਬਣੀ ਹੋਈ ਹੈ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਕੈਨੇਡਾ ਦੇ ਵਿੱਚ ਖਾਲਿਸਤਾਨੀ ਸਮਰਥਕ ਹਰਦੀਪ ਨਿੱਜਰ ਦੀ ਹੱਤਿਆ ਹੁੰਦੀ ਹੈ ਤਾਂ ਉਸ ਨੂੰ ਲੈ ਕੇ ਕੈਨੇਡਾ ਸਰਕਾਰ ਬਹੁਤ ਗੰਭੀਰ ਹੈ, ਕਿਉਂਕਿ ਕੈਨੇਡਾ ਦਾ ਹਮੇਸ਼ਾ ਹੀ ਕਹਿਣਾ ਹੈ ਕਿ ਅਸੀਂ ਆਪਣੇ ਦੇਸ਼ ਦੇ ਨਾਗਰਿਕਾਂ ਦੇ ਅਧਿਕਾਰਾਂ ਦੀ ਸੁਰੱਖਿਆ ਕਰਨ ਦੇ ਲਈ ਹੀ ਜਾਣੇ ਜਾਂਦੇ ਆ। ਇਸ ਦੇ ਨਾਲ ਹੀ ਉਹਨਾਂ ਨੇ ਜਿਵੇਂ ਜ਼ਿਕਰ ਕੀਤਾ ਕਿ ਮੈਂ ਜਦੋਂ G20 ਸੰਮੇਲਨ ਦਾ ਹਿੱਸਾ ਬਣੇ ਸੀ ਉੱਥੇ ਵੀ ਉਹਨਾਂ ਨੇ ਸਿੱਧੇ ਤੌਰ ਤੇ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਵੀ ਉਹਨਾਂ ਨੇ ਸੰਬੋਧਨ ਕਰਕੇ ਕਿਹਾ ਸੀ ਕਿ ਅਸੀਂ ਕਿਸੇ ਹੋਰ ਦੇਸ਼ ਦੀ ਕਿਸੇ ਵੀ ਤਰ੍ਹਾਂ ਦੀ ਇੰਟਰਫੇਅਰੈਂਸ ਜਿਹੜੀ ਹੈ ਆਪਣੇ ਦੇਸ਼ ਦੇ ਮਾਮਲਿਆਂ ਦੇ ਵਿੱਚ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਹਾਲਾਂਕਿ ਉਹਨਾਂ ਨੇ ਇਸ ਜਾਂਚ ਦੇ ਵਿੱਚ ਭਾਰਤ ਦੀ ਪੂਰੀ ਸਹਿਯੋਗ ਹੋਣ ਦੀ ਵੀ ਸੰਭਾਵਨਾ ਜਤਾਈ ਹੈ। ਉਹਨਾਂ ਨੇ ਇਹ ਸੰਬੋਧਨ ਕੀਤਾ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਟਰੂਡੋ ਦੇ ਓਟਾਵਾ ਦੇ ਵਿੱਚ ਹਾਊਸ ਆਫ ਕਾਮਨਸ ਵਿੱਚ ਸੰਬੋਧਨ ਕੀਤਾ। ਉਸਨੂੰ ਉਹਨਾਂ ਸ਼ਬਦਾਂ ਨੂੰ ਸੁਣ ਕੇ ਲੱਗਦਾ ਵੀ ਕਿਤੇ ਨਾ ਕਿਤੇ ਤਲਖੀ ਜਿਹੜੀ ਹੈ ਭਾਰਤ ਤੇ ਕੈਨੇਡਾ ਦੇ ਸੰਬੰਧਾਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ, ਕਿਉਂਕਿ ਕੈਨੇਡਾ ਅਜਿਹਾ ਦੇਸ਼ ਹੈ ਜਿਹੜਾ ਕਿ ਹਿਊਮਨ ਰਾਈਟਸ ਦੇ ਲਈ ਬਹੁਤ ਜ਼ਿਆਦਾ ਕੰਮ ਕਰਦਾ। ਤਾਂ ਅਜਿਹੇ ਦੇ ਵਿੱਚ ਜਦੋਂ ਕਿਸੇ ਹੋਰ ਦੇਸ਼ ਦੀ ਕਿਸੇ ਸੁਰੱਖਿਆ ਏਜੰਸੀਆਂ ਦੇ ਕੋਲ ਅਜਿਹੀ ਖਬਰ ਆਉਂਦੀ ਹੈ ਕਿ ਇਸ ਤਰ੍ਹਾਂ ਦੀ ਹੱਤਿਆਵਾਂ ਦੇ ਵਿੱਚ ਕਿਸੇ ਹੋਰ ਦੇਸ਼ ਦੀ ਸ਼ਮੂਲੀਅਤ ਹੁੰਦੀ ਹੈ ਤਾਂ ਅਜਿਹੇ ਦੇ ਵਿੱਚ ਕੈਨੇਡਾ ਸਰਕਾਰ ਜਿਹੜਾ ਹੈ ਉਹ ਆਪਣੇ ਨਿਯਮਾਂ ਦੇ ਵਿੱਚ ਯਾਨੀ ਕਿ ਜਿਸ ਤਰ੍ਹਾਂ ਦੇ ਨਾਲ ਵੀਜ਼ਾ ਪ੍ਰੋਸੈਸ ਜਿਹੜਾ ਹੁੰਦਾ ਉਸ ਦੇ ਵਿੱਚ ਜ਼ਰੂਰ ਕਿਸੇ ਨਾ ਕਿਸੇ ਤਰ੍ਹਾਂ ਦੀ ਜਿਹੜੀ ਹੈ ਸਖਤੀ ਦਿਖਾ ਸਕਦਾ ਹੈ। ਸੋ ਇਸ ਮਾਮਲੇ ਦੇ ਵਿੱਚ ਅੱਗੇ ਕੀ ਕੁਝ ਹੁੰਦਾ ਉਹ ਵੀ ਇੱਕ ਵੱਡੀ ਕਾਰਵਾਈ ਦੇਖਣ ਨੂੰ ਮਿਲ ਸਕਦੀ ਹੈ, ਪਰ ਫਿਲਹਾਲ ਕਿਹਾ ਜਾ ਸਕਦਾ ਹੈ ਕਿ ਭਾਰਤ ਤੇ ਕੈਨੇਡਾ ਦੇ ਜਿਹੜੇ ਸੰਬੰਧ ਨੇ ਅਜਿਹੇ ਮਾਮਲਿਆਂ ਤੋਂ ਬਾਅਦ ਉਸ ਨੂੰ ਦੇਖ ਕੇ ਤਲਖੀ ਜਿਹੜੀ ਹੈ ਵੱਧ ਸਕਦੀ ਹੈ। ਪੂਰਾ ਇੱਕ ਵਾਰ ਇਹ ਨਾ ਹਰਦੀਪ ਸਿੰਘ ਨਿੱਜਰ ਦਾ ਜੋ ਕਤਲ ਹੋਇਆ ਸੀ ਕਦੋਂ ਹੋਇਆ ਸੀ ਤੇ ਕਿਵੇਂ ਹੋਇਆ ਸੀ, ਕਿਉਂ ਕੀਤਾ ਗਿਆ, ਇਸ ਦੇ ਬਾਰੇ ਵੀ ਡਿਟੇਲ ਹੈ ਜਿਹੜੀ ਜਾਣਨੀ ਚਾਹਾਂਗੇ। ਜਸਮੀਤ, ਅਸਲ ਦੇ ਵਿੱਚ ਜਿਹੜਾ ਕਹਿ ਸਕਦੇ ਆ ਇਸ ਦੇ ਵਿੱਚ ਜਾਂਚ ਏਜੰਸੀਆਂ ਜਿਹੜੀ ਨੇ ਫਿਲਹਾਲ ਕੰਮ ਕਰ ਰਹੀਆਂ ਨੇ। ਕੈਨੇਡਾ ਸਰਕਾਰ ਨੇ ਵੀ ਇਸ ਬਾਬਤ ਕੁਝ ਵੀ ਕਹਿਣਾ ਹਾਲੇ ਕਹਿਣ ਤੋਂ ਮਨਾਹੀ ਕੀਤੀ, ਕਿਉਂਕਿ ਜਾਂਚ ਏਜੰਸੀਆਂ ਚਾਹੇ ਉਹ ਕੈਨੇਡਾ ਦੀਆਂ ਨੇ ਚਾਹੇ ਉਹ ਭਾਰਤ ਦੀਆਂ ਨੇ, ਕਿਉਂਕਿ ਭਾਰਤੀ ਮੂਲ ਦੇ ਜਿਹੜੇ ਨੇ ਦੱਸੇ ਜਾ ਰਹੇ ਸੀ ਹਰਦੀਪ ਸਿੰਘ ਨਿੱਜਰ ਉਸ ਤੋਂ ਬਾਅਦ ਉਹ ਕੈਨੇਡਾ ਸ਼ਿਫਟ ਹੋ ਜਾਂਦੇ ਨੇ, ਕੈਨੇਡਾ ਦੇ ਨਾਗਰਿਕ ਬਣ ਜਾਂਦੇ ਨੇ, ਉੱਥੋਂ ਦੀ ਉਹਨਾਂ ਨੂੰ PR ਮਿਲਦੀ ਹੈ। ਪਰ ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਚਾਹੇ ਉਹ ਕੈਨੇਡਾ ਦਾ ਮੂਲ ਨਾਗਰਿਕ ਹੋਵੇ ਚਾਹੇ ਉਹ ਕਿਸੇ ਦੇਸ਼ ਤੋਂ ਮਾਈਗ੍ਰੇਟ ਹੋਣ ਤੋਂ ਬਾਅਦ ਉਹ ਮੂਲ ਨਾਗਰਿਕ ਕੈਨੇਡਾ ਦਾ ਬਣਿਆ ਹੋਵੇ, ਅਸੀਂ ਸਮਾਨ ਅਧਿਕਾਰ ਦੋਵਾਂ ਨਾਗਰਿਕਾਂ ਨੂੰ ਦਿੰਦੇ ਹਾਂ। ਅਜਿਹੇ ਦੇ ਵਿੱਚ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਹੱਤਿਆਕਾਂਡ ਮਾਮਲਾ ਕੈਨੇਡਾ ਦੇ ਵਿੱਚ ਸਾਹਮਣੇ ਆਉਂਦਾ ਤਾਂ ਉਹ ਸੰਬੰਧਿਤ ਦੇਸ਼ ਨੂੰ ਜਿਹੜਾ ਹਮੇਸ਼ਾ ਸੰਬੋਧਨ ਕਰਦੇ ਨੇ, ਬੇਨਤੀ ਕਰਦੇ ਨੇ ਕਿ ਉਹ ਅਜਿਹੇ ਮਾਮਲਿਆਂ ਦੇ ਵਿੱਚ ਹੱਤਿਆ ਦੇ ਪਿੱਛੇ ਕੀ ਕਾਰਨ ਹੈ ਉਸ ਨੂੰ ਜਾਣਨ ਦੇ ਵਿੱਚ ਜਿਹੜੇ ਨੇਟਿਵ ਨੇਸ਼ਨ ਨੇਟਿਵ ਜਿਹੜੇ ਕੰਟਰੀ ਹੈ ਉਹ ਹਮੇਸ਼ਾ ਸਹਿਯੋਗ ਕਰਨ। ਸੋ ਇਸ ਮਾਮਲੇ ਦੇ ਵਿੱਚ ਜਾਂਚ ਏਜੰਸੀਆਂ ਕੈਨੇਡਾ ਦੀਆਂ ਤੇ ਨਾਲ ਹੀ ਭਾਰਤ ਦੀਆਂ ਫਿਲਹਾਲ ਕੰਮ ਕਰ ਰਹੇ ਨੇ। ਸਾਰਾ ਮਾਮਲਾ ਜਿਹੜਾ ਹੈ ਜਾਂਚ ਅਧੀਨ ਹੈ, ਉਸ ਤੋਂ ਬਾਅਦ ਕੀ ਕੁਝ ਇਸ ਮਾਮਲੇ ਵਿੱਚ ਬੜੀ ਦਿੱਕਤ ਸਾਹਮਣੇ ਆਉਂਦਾ ਉਹ ਦੇਖਣਾ ਹੋਵੇਗਾ।
ਪ੍ਰਿयੰਕਾ, ਇਸ ਬਿਆਨ ਦੇ ਨਾਲ, ਜਸਟਿਨ ਟਰੂਡੋ ਦੇ ਇਸ ਬਿਆਨ ਦੇ ਨਾਲ ਕਈ ਸਾਰੇ ਸਵਾਲ ਖੜੇ ਹੋ ਗਏ ਨੇ। ਪਹਿਲਾਂ ਵੀ ਇਹ ਸਵਾਲ ਉੱਠਦੇ ਰਹੇ ਨੇ ਤੇ ਹੁਣ ਵੀ ਉੱਠੇ ਨੇ ਕਿ ਕੈਨੇਡਾ ਦੇ ਵਿੱਚ ਜੋ ਕਤਲ ਨੇ ਉਸ ਦੇ ਇਲਜ਼ਾਮ ਭਾਰਤ ਸਰਕਾਰ ਤੇ ਲੱਗ ਰਹੇ ਨੇ। ਇਸ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਕੋਈ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਜਾਂ ਕਿਸ ਤਰਫ ਇਹ ਇਸ਼ਾਰਾ ਜਾਂਦਾ ਹੈ, ਇਹ ਵੀ ਆਪਾਂ ਸਮਝਣਾ ਚਾਹਾਂਗੇ। ਜੀ ਜਸਮੀਤ, ਫਿਲਹਾਲ ਇਸ਼ਾਰਾ ਜਿਹੜਾ ਹੈ ਜਸਟਿਨ ਟਰੂਡੋ ਦੇ ਵੱਲੋਂ G20 ਸੰਮੇਲਨ ਦੇ ਵਿੱਚ ਸਿੱਧੇ ਤੌਰ ਤੇ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਸਵਾਲ ਕੀਤਾ ਹੈ ਪ੍ਰਧਾਨ ਮੰਤਰੀ ਮੋਦੀ ਦੇ ਅੱਗੇ, ਉਹਨਾਂ ਨੇ ਵਿਅਕਤੀਗਤ ਤੌਰ ਤੇ ਆਪਣੀ ਗੱਲ ਰੱਖੀ ਹੈ। ਉਸ ਤੋਂ ਲੱਗਦਾ ਹੈ ਕਿ ਜੇਕਰ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਹੈ ਉਹ ਕਿਸ ਸੰਮੇਲਨ ਦਾ ਹਿੱਸਾ ਹੁੰਦਾ, ਆਪਣੇ ਦੇਸ਼ ਦੇ ਵਿੱਚ ਹੋਣ ਵਾਲੀ ਇਸ ਤਰ੍ਹਾਂ ਦੇ ਕਤਲकांड ਮਾਮਲੇ ਦੇ ਵਿੱਚ ਸਿੱਧੇ ਤੌਰ ਤੇ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਕਰਦਾ, ਤਾਂ ਅਜਿਹੇ ਤੋਂ ਇਹ ਇਸ਼ਾਰਾ ਸਮਝ ਲੈਣਾ ਚਾਹੀਦਾ ਹੈ ਕਿ ਦੋ ਦੇਸ਼ਾਂ ਦੇ ਵਿੱਚ ਜਿਹੜਾ ਹੈ ਕਿਸੇ ਤਰ੍ਹਾਂ ਦੀ ਕੋਈ ਤਲਖੀ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ, ਕਿਉਂਕਿ ਇੰਟਰਫੇਰੈਂਸ ਦਾ ਮਾਮਲਾ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਇਸ ਹੱਤਿਆਕਾਂਡ ਦੇ ਵਿੱਚ ਭਾਰਤ ਦੀ ਸ਼ਮੂਲੀਅਤ ਹੋ ਸਕਦੀ ਹੈ। ਹਾਲਾਂਕਿ ਹਾਲੇ ਤੱਕ ਤੈਅ ਨਹੀਂ ਹੋ ਸਕਿਆ, ਪਰ ਫਿਲਹਾਲ ਕਿਹਾ ਜਾ ਸਕਦਾ ਜੋ ਇਸ਼ਾਰੇ ਜਸਟਿਨ ਟਰੂਡੋ ਦੇ ਵੱਲੋਂ ਇਸ ਬਿਆਨ ਦੇ ਨਾਲ ਦਿੱਤੇ ਜਾ ਰਹੇ ਨੇ ਉਹ ਕਿਤੇ ਨਾ ਕਿਤੇ ਤਲਖੀ ਵਧਾਉਣ ਵਾਲੇ ਲੱਗ ਰਹੇ। ਇਸ ਨੂੰ ਲੈ ਕੇ ਕਿ ਭਾਰਤ ਦੇ ਵਿੱਚ ਕਿਸੇ ਵਿਰੋਧੀ ਪਾਰਟੀ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਬਿਆਨ ਆਇਆ ਹੈ? ਜਸਮੀਤ, ਇਹ ਜਿਹੜਾ ਹਰਦੀਪ ਨਿੱਜਰ ਦੇ ਕਤਲकांड ਦਾ ਮਾਮਲਾ ਫਿਲਹਾਲ ਭਾਰਤ ਦੇ ਵਿੱਚ ਕੋਈ ਜਿਹੜੀ ਪ੍ਰਤੀਕਿਰਿਆ ਹੈ ਹਾਲੇ ਤੱਕ ਦੇਖਣ ਨੂੰ ਨਹੀਂ ਮਿਲੀ। ਹੋ ਸਕਦਾ ਕਿ ਭਾਜਪਾ ਦੇ ਕਿਸੇ ਨਾ ਕਿਸੇ ਨੇਤਾ ਦੇ ਵੱਲੋਂ, ਕਿਸੇ ਨਾ ਕਿਸੇ ਲੀਡਰ ਦੇ ਵੱਲੋਂ ਕੋਈ ਪ੍ਰਤੀਕਿਰਿਆ ਦਿੱਤੀ ਜਾਵੇ, ਪਰ ਫਿਲਹਾਲ ਅਜਿਹਾ ਕੁਝ ਵੀ ਨਜ਼ਰ ਨਹੀਂ ਆ ਰਿਹਾ, ਕਿਉਂਕਿ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਜੇਕਰ ਇਸ ਤਰ੍ਹਾਂ ਦੀ ਸਟੇਟਮੈਂਟ ਸਾਹਮਣੇ ਆ ਰਹੀ ਹੈ ਤਾਂ ਇਹ ਜ਼ਾਹਿਰ ਦੀ ਗੱਲ ਹੈ ਕਿ ਭਾਰਤ ਦੇ ਵੱਲੋਂ ਵੀ ਕੋਈ ਨਾ ਕੋਈ ਪ੍ਰਤੀਕਿਰਿਆ ਇਸ ਨੂੰ ਲੈ ਕੇ ਜ਼ਰੂਰ ਦਿੱਤੀ ਜਾ ਸਕਦੀ ਹੈ। ਜੀ, ਇਸ ਨੂੰ ਲੈ ਕੇ ਪੰਜਾਬ ਭਰ ਦੇ ਵਿੱਚੋਂ ਕਿਸ ਤਰ੍ਹਾਂ ਦੀਆਂ ਲੋਕਾਂ ਦੀਆਂ ਕਿਵੇਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਨੇ? ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਦੀਆਂ ਕਿਸ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਨੇ? ਜਸਮੀਤ, ਦੇਖੋ ਜ਼ਾਹਿਰ ਦੀ ਗੱਲ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਪੰਜਾਬ ਮੌਲਿਕ ਤੌਰ ਤੇ ਪੰਜਾਬ ਦੇ ਰਹਿਣ ਵਾਲੇ ਸੀ ਹਰਦੀਪ ਨਿੱਜਰ ਜਿਹੜੇ, ਉਸ ਤੋਂ ਬਾਅਦ ਉਹਨਾਂ ਨੂੰ ਕੈਨੇਡਾ ਦੀ PR ਮਿਲਦੀ ਹੈ। ਉੱਥੇ ਜਾ ਕੇ ਹਾਲਾਂਕਿ ਖਾਲਿਸਤਾਨ ਸਮਰਥਕਾਂ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ ਹੈ, ਸੋ ਅਜਿਹੇ ਨੂੰ ਲੈ ਕੇ ਜ਼ਾਹਿਰ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਜ਼ਰੂਰ ਇਸ ਮਾਮਲੇ ਨੂੰ ਲੈ ਕੇ ਲੋਕ ਜਿਹੜੇ ਨੇ ਰੋਸ਼ ਦੇ ਵਿੱਚ ਨੇ, ਕਿਉਂਕਿ ਪੰਜਾਬ ਦਾ ਇੱਕ ਵੱਡਾ ਸੈਗਮੈਂਟ ਜਿਹੜਾ ਹੈ ਉਹ ਕੈਨੇਡਾ ਮੂਵ ਕਰਦਾ ਹੈ। ਅਜਿਹੇ ਦੇ ਵਿੱਚ ਜਦੋਂ ਕੈਨੇਡਾ ਦੀ ਸਰਕਾਰ ਦੇ ਵੱਲੋਂ ਅਜਿਹੀ ਸਟੇਟਮੈਂਟ ਆਵੇ ਤਾਂ ਹੋ ਸਕਦਾ ਹੈ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਵੀ ਆਪਣੀ ਤਲਖੀ ਦਿਖਾਣ, ਉਹ ਵੀ ਆਪਣਾ ਰੋਸ ਦਿਖਾਣ। ਸੋ ਪੰਜਾਬ ਦੇ ਵਿੱਚ ਜਿਹੜੇ ਸਿੱਖ ਆਗੂ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ। ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ, ਚਾਹੇ ਕੈਨੇਡਾ ਸਰਕਾਰ ਹੈ ਚਾਹੇ ਭਾਰਤ ਸਰਕਾਰ ਹੈ, ਚਾਹੇ ਦੋਵਾਂ ਦੇਸ਼ਾਂ ਵਿੱਚ ਤਲਖੀ ਦੇਖਣ ਨੂੰ ਮਿਲੇ। ਪਰ ਫਿਲਹਾਲ ਜਿਹੜਾ ਮਾਮਲਾ ਹੈ ਉਹ ਇੱਕ ਕਹਿ ਸਕਦੇ ਖਾਲਿਸਤਾਨੀ ਸਮਰਥਕ ਦਾ ਹੈ, ਜਿਹੜਾ ਕਿ ਹਮੇਸ਼ਾ ਹੀ ਸਿੱਖ ਸੰਗਠਨ ਦੀ ਗੱਲ ਕਰਦਾ। ਸੋ ਅਜਿਹੇ ਦੇ ਵਿੱਚ ਜਿਹੜੇ ਸਿੱਖ ਆਗੂ ਨੇ ਉਹਨਾਂ ਦੇ ਵਿੱਚ ਤਾਂ ਰੋਸ਼ ਹੈ ਹੀ, ਪਰ ਪੰਜਾਬ ਭਰ ਦੇ ਵਿੱਚ ਵੀ ਇਸ ਨੂੰ ਲੈ ਕੇ ਰੋਸ਼ ਹੈ ਤੇ ਨਾਲ ਹੀ ਇਸ ਜਾਂਚ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਇਸ ਨੂੰ ਲੈ ਕੇ ਪੰਜਾਬ ਦੇ ਲੋਕ ਜਾਣਨ ਦੇ ਲਈ ਜ਼ਰੂਰ ਰੁਕ ਸਕਦੇ ਹਨ। ਪਰ ਕੀ ਇਹ ਸਭ ਜਿਸ ਤਰ੍ਹਾਂ ਦੇ ਨਾਲ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਕੀਤੀ ਗਈ, ਜੇ ਵਾਕਈ ਇਸ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਦੇ ਬਿਆਨ ਜਸਟਿਨ ਟਰੂਡੋ ਦੇ ਰਹੇ ਨੇ, ਕਿ ਇਸ ਤਰ੍ਹਾਂ ਦੇ ਨਾਲ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਤੇ ਅਸਰ ਨਹੀਂ ਪਏਗਾ? ਰਿਸ਼ਤੇ ਖਰਾਬ ਹੋ ਸਕਦੇ ਨੇ ਕਿ ਕੈਨੇਡਾ ਸਾਡਾ ਜੋ ਹੈ ਫਰੈਂਡ ਕੰਟਰੀ ਹੈ ਸਾਡੀ। ਬਿਲਕੁਲ, ਦੇਖੋ ਮੈਂ ਜਿਵੇਂ ਹੁਣ ਵੀ ਜ਼ਿਕਰ ਕੀਤਾ ਕਿ ਭਾਰਤ ਨੂੰ ਦੀ ਪੂਰੇ ਭਾਰਤ ਦੀ ਗੱਲ ਨਾ ਕਰਕੇ ਜੇਕਰ ਸਿਰਫ ਪੰਜਾਬ ਦੀ ਗੱਲ ਕੀਤੀ ਜਾਏ, ਪੰਜਾਬ ਦਾ ਇੱਕ ਬਹੁਤ ਵੱਡਾ ਸੈਗਮੈਂਟ ਹੈ ਜਿਹੜਾ ਕਿ ਕੈਨੇਡਾ ਮੂਵ ਕਰਦਾ ਹੈ। ਇੱਕ ਡਾਟਾ ਵੀ ਜਿਹੜਾ ਸਾਹਮਣੇ ਆਇਆ ਸੀ ਕਿ ਹਰ ਮਹੀਨੇ ਜਿਹੜਾ ਹੈ ਬਹੁਤ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਉਹ ਸਟੱਡੀ ਕਰਨ ਦੇ ਲਈ ਕੈਨੇਡਾ ਸਭ ਤੋਂ ਵੱਧ ਮੂਵ ਕਰਦੇ ਨੇ। ਸੋ ਅਜਿਹੇ ਦੇ ਵਿੱਚ ਜੇ ਕਿਹਾ ਜਾਵੇ ਕਿ ਪਿਛਲੇ ਸੰਬੰਧ ਬਹੁਤ ਚੰਗੀ ਤਰ੍ਹਾਂ ਚੱਲ ਰਹੇ ਨੇ ਭਾਰਤ ਤੇ ਕੈਨੇਡਾ ਦੇ, ਪਰ ਜਦੋਂ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਅਜਿਹੇ ਹੱਤਿਆਕਾਂਡ ਨੂੰ ਲੈ ਕੇ ਸਿੱਧੇ ਤੌਰ ਤੇ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਜ਼ਿਕਰ ਕਰਦਾ ਹੈ, ਬਿਆਨਬਾਜ਼ੀ ਹੁੰਦੀ ਹੈ ਤੇ ਨਾਲ ਹੀ ਇੱਕ ਸ਼ਬਦਾਂ ਦੇ ਜ਼ਰੀਏ ਇੱਕ ਕਹਿ ਸਕਦੇ ਹਾਂ ਵਾਰ ਸ਼ੁਰੂ ਹੋਣ ਦੀ ਗੱਲ ਵੀ ਹੋ ਸਕਦੀ ਹੈ, ਤਾਂ ਅਜਿਹੇ ਦੇ ਵਿੱਚ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸੰਬੰਧ ਵਿਗੜ ਸਕਦੇ ਨੇ। ਕਿਉਂਕਿ ਹਰਦੀਪ ਨਿੱਜਰ ਦੀ ਗੱਲ ਕਰੀਏ ਉਹ ਕਿਹਾ ਜਾ ਰਿਹਾ ਸੀ, ਕਿਉਂਕਿ ਬਹੁਤ ਸਾਰੇ ਕਹਿ ਸਕਦੇ ਅਖਬਾਰਾਂ ਦੇ ਵਿੱਚ ਹੈਡਲਾਈਨਸ ਬਣੀ ਸੀ ਕਿ ਭਾਰਤ ਦੇ ਖਿਲਾਫ ਜਿਹੜਾ ਹੈ ਪ੍ਰੋਪੇਗੈਂਡਾ ਫੈਲਾਉਂਦਾ ਰਿਹਾ ਹਰਦੀਪ ਸਿੰਘ। ਸੋ ਅਜਿਹੇ ਦੇ ਵਿੱਚ ਕਿਹਾ ਜਾ ਸਕਦਾ ਕਿ ਅਜਿਹੀ ਮੌਤ ਤੋਂ ਬਾਅਦ, ਕਿਉਂਕਿ ਦੋ ਦੇਸ਼ਾਂ ਦੇ ਵਿੱਚ ਗੱਲਬਾਤ ਚੱਲ ਰਹੀ ਹੈ, ਇੱਕ ਖਾਸ ਕਹਿ ਸਕਦੇ ਹਾਂ ਕਿਉਂਕਿ ਕਿਹਾ ਜਾਵੇ ਤਾਂ ਖਾਲਿਸਤਾਨ ਟਾਈਗਰ ਫੋਰਸ ਦੇ ਵੀ ਪ੍ਰਮੁੱਖ ਰਹੇ ਨੇ ਹਰਦੀਪ ਨਿੱਜਰ। ਸੋ ਅਜਿਹੇ ਮਾਮਲੇ ਜਦੋਂ ਸਾਹਮਣੇ ਆਉਂਦੇ ਨੇ ਕਿ ਖਾਲਿਸਤਾਨ ਨੂੰ ਲੈ ਕੇ ਭਾਰਤ ਜਿਹੜਾ ਹੈ ਉਹ ਹਮੇਸ਼ਾ ਹੀ ਇਸ ਨੂੰ ਇੱਕ ਮੁੱਦਾ ਬਣਾਇਆ ਜਾ ਰਿਹਾ ਸੀ ਕਿ ਹਾਂ ਖਾਲਿਸਤਾਨ ਸਮਰਥਕ ਜਿਹੜੇ ਨੇ ਉਹ ਐਂਟੀ ਨੇਸ਼ਨ ਹੋ ਸਕਦੇ ਨੇ। ਸੋ ਅਜਿਹੇ ਦੇ ਵਿੱਚ ਦੋ ਦੇਸ਼ਾਂ ਦੇ ਵਿੱਚ ਜਦੋਂ ਤਲਖੀ ਦੇਖਣ ਨੂੰ ਮਿਲੀ, ਆਉਣ ਵਾਲੇ ਸਮੇਂ ਦੇ ਵਿੱਚ ਸੰਬੰਧ ਕਿਸ ਤਰ੍ਹਾਂ ਦੇ ਹੋ ਸਕਦੇ ਨੇ ਇਹ ਜਾਂਚ ਹੋਣ ਤੋਂ ਬਾਅਦ ਤੈਅ ਹੋ ਸਕਦਾ, ਕਿਉਂਕਿ ਜੇਕਰ ਜਾਂਚ ਦੇ ਵਿੱਚ ਪਾਇਆ ਜਾਂਦਾ ਕਿ ਭਾਰਤ ਦਾ ਹੱਥ ਹੈ ਤਾਂ ਹੋ ਸਕਦਾ ਹੈ ਕੈਨੇਡਾ ਜਿਹੜਾ ਹੈ ਉਹ ਸਖਤੀ ਕਰ ਸਕੇ। ਪ੍ਰਿयंका, ਐਂਟੀ ਨੈਸ਼ਨਲ ਤੇ ਆਖਿਆ ਗਿਆ, ਉਸ ਨੂੰ ਨੈਸ਼ਨਲਿਸਟ ਨਹੀਂ ਹੈ ਇਹ ਵੀ ਆਖਿਆ ਗਿਆ, ਪਰ ਉਸ ਦੇ ਵੱਲੋਂ ਕਦੋਂ ਕੀ ਕੁਝ ਕੀਤਾ ਗਿਆ ਇਸ ਦੇ ਬਾਰੇ ਕੋਈ ਡਿਟੇਲ? ਦੇਖੋ ਜੇ ਦੱਸਿਆ ਜਾਵੇ ਹਰਦੀਪ ਸਿੰਘ ਨਿੱਜਰ ਜਿਹੜੇ ਨੇ ਪੰਜਾਬ ਦੇ ਵਿੱਚ ਜਿਹੜੀ ਹੈ ਟਾਰਗੇਟ ਕਿਲਿੰਗ ਕਰਵਾਉਂਦੇ ਰਹੇ ਨੇ, ਅਜਿਹਾ ਕਿਹਾ ਜਾਂਦਾ ਸੀ। ਇਸ ਤੋਂ ਇਲਾਵਾ
ਦੀ ਜਿਹੜੇ ਹਰਦੀਪ ਨਿੱਜਰ ਨੇ ਅਮਰੀਕਾ, ਬ੍ਰਿਟੇਨ, ਜਰਮਨੀ ਤੇ ਕੈਨੇਡਾ ਦੇ ਵਿੱਚ ਵੀ ਭਾਰਤੀ ਮਿਸ਼ਨਾਂ ਦੇ ਬਾਅਦ ਜਿਹੜੇ ਨੇ ਵਿਰੋਧੀ ਪ੍ਰਦਰਸ਼ਨਾਂ ਦਾ ਉਹਨਾਂ ਦੇ ਵੱਲੋਂ ਆਯੋਜਨ ਕੀਤਾ ਜਾਂਦਾ ਹੈ ਸੀ। ਇਹਨਾਂ ਪ੍ਰਦਰਸ਼ਨਾਂ ਦੇ ਵਿੱਚ ਵੀ ਜਿਹੜੇ ਨੇ ਉਹਨਾਂ ਨੇ ਹਮੇਸ਼ਾ ਭਾਰਤ ਦੇ ਖਿਲਾਫ ਪ੍ਰੋਪੇਗੈਂਡਾ ਕੀਤਾ। ਅਜਿਹਾ ਜਿਹੜਾ ਹੈ ਖੁਫੀਆ ਏਜੰਸੀਆਂ ਦੇ ਵੱਲੋਂ ਹਮੇਸ਼ਾ ਖਬਰਾਂ ਦਿੱਤੀਆਂ ਜਾਂਦੀਆਂ ਰਹੀਆਂ ਨੇ। ਸੋ ਅਜਿਹੇ ਦੇ ਵਿੱਚ ਕਿਹਾ ਜਾ ਸਕਦਾ ਕਿ NIA ਨੇ ਵੀ ਉਹਨਾਂ ਨੂੰ ਲਿਸਟਡ ਕੀਤਾ ਸੀ। ਜਿਹੜੇ ਨਿੱਜਰ ਨੇ ਸਿੱਖ ਫॉर ਜਸਟਿਸ ਦੇ ਬੈਨਰ ਦੇ ਥੱਲੇ ਗੁਰਪਤਵੰਤ ਸਿੰਘ ਪੰਨੂ ਤੇ ਨਾਲ ਹੀ ਪਰਮਜੀਤ ਸਿੰਘ ਪੰਨਾ ਵਰਗੇ ਜਿਹੜੇ ਆਤੰਕਵਾਦੀ ਨੇ ਉਹਨਾਂ ਦੇ ਨਾਲ ਮਿਲ ਕੇ ਕੰਮ ਕਰਦੇ ਰਹੇ ਨੇ। ਹਾਲਾਂਕਿ ਸਿੱਖ ਫॉर ਜਸਟਿਸ ਜਿਹੜੇ ਨੇ ਜਿਹੜਾ ਏਜੰਸੀ ਹੈ ਉਸ ਦੇ ਨਾਲ ਵੀ 2019 ਦੇ ਵਿੱਚ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਉਹਨੂੰ ਬੈਨ ਕਰ ਦਿੱਤਾ ਸੀ। ਉੱਥੇ ਹੀ ਕੈਨੇਡਾ ਦੇ ਵਿੱਚ ਨਿੱਜਰ ਜਿਹੜੇ ਨੇ ਨਿੱਜਰ ਦੇ ਜਿਹੜੇ ਆਵਾਸ ਨੇ ਕਹਿ ਸਕਦੇ ਆ ਉਹਨਾਂ ਨੇ ਰਾਸ਼ਟਰੀ ਜਾਂਚ ਏਜੰਸੀ ਯਾਨੀ ਕਿ NIA ਨੇ ਵੀ ਉਹਨਾਂ ਨੂੰ ਆਪਣੇ ਜਿਹੜੇ ਡਾਕੂਮੈਂਟਸ ਨੇ ਉਹਨਾਂ ਦੇ ਵਿੱਚ ਲਿਸਟ ਕੀਤਾ ਸੀ। ਸੋ ਅਜਿਹੇ ਦੇ ਵਿੱਚ ਕਹਿ ਸਕਦੇ ਨੇ ਕਿ ਅਜਿਹੀਆਂ ਜਦੋਂ ਕਾਰਵਾਈਆਂ ਕਿਸੇ ਵਿਅਕਤੀ ਦੇ ਵੱਲੋਂ ਦੇਖਣ ਨੂੰ ਮਿਲਦੀਆਂ ਨੇ ਤਾਂ ਕੈਨੇਡਾ ਸਰਕਾਰ ਜ਼ਰੂਰ ਕਿਤੇ ਨਾ ਕਿਤੇ ਸ਼ੱਕ ਦੇ ਘੇਰੇ ਦੇ ਵਿੱਚ ਪੰਜਾਬ ਸਰਕਾਰ ਮਾਫ ਕਰਨਾ ਭਾਰਤ ਸਰਕਾਰ ਨੂੰ ਲੈ ਰਹੀ ਹੈ, ਜਿਸ ਨੂੰ ਲੈ ਕੇ ਉਹਨਾਂ ਨੇ ਹਾਲਾਂਕਿ ਇਸ ਸੰਮੇਲਨ ਦੇ ਵਿੱਚ ਵੀ ਸਿੱਧੇ ਤੌਰ ਤੇ ਕਹਿ ਦਿੱਤਾ ਸੀ। ਜੀ ਟਾਰਗੇਟ ਕਿਲਿੰਗ ਦੀ ਗੱਲ ਹੋ ਰਹੀ ਹੈ ਤਾਂ ਕੁਝ ਕੇਸਿਸ ਦੇ ਬਾਰੇ ਅਸੀਂ ਜ਼ਰੂਰ ਜਾਨਣਾ ਚਾਹਾਂਗੇ ਕਿ ਕਿਸ ਦੀ ਟਾਰਗੇਟ ਕਿਲਿੰਗ ਕੀਤੀ ਗਈ ਤੇ ਕਿਸ ਤਰ੍ਹਾਂ ਦੇ ਨਾਲ ਕਰਵਾਈ ਗਈ। ਜਿਸमें देखो ਇਹ ਤਾਂ ਬਹੁਤ ਸਾਰੇ ਮਾਮਲੇ ਜਿਹੜੇ ਨੇ ਹਾਲਾਂਕਿ ਸਾਹਮਣੇ ਆ ਰਹੇ ਸੀ ਕਿ ਕਿਉਂਕਿ ਪੰਜਾਬ ਦੇ ਜਦੋਂ ਪੰਜਾਬ ਤੋਂ ਮੂਵ ਹੋਏ ਜਿਹੜੇ ਕੈਨੇਡਾ ਵਾਸੀ ਨੇ ਜਿਨ੍ਹਾਂ ਨੇ ਜਿਹੜੇ ਹਮੇਸ਼ਾ SF ਦੇ ਨਾਲ ਮਿਲ ਕੇ ਕੰਮ ਕਰਦੇ ਰਹੇ ਨੇ ਤਾਂ ਭਾਰਤ ਸਰਕਾਰ ਦੀ ਨਜ਼ਰ ਦੇ ਵਿੱਚ NIA ਦੀ ਨਜ਼ਰ ਦੇ ਵਿੱਚ ਬਹੁਤ ਸਾਰੇ ਜਿਹੇ ਮਾਮਲੇ ਜਾਂਚ ਦੇ ਅਧੀਨ ਨੇ। ਸੋ ਕਿਹਾ ਜਾ ਸਕਦਾ ਹੈ ਕਿ ਜਿੱਥੇ ਜਿਹੜੇ ਪਾਕਿਸਤਾਨ ਦੇ ਨਾਲ ਵੀ ਸੰਬੰਧ ਹਾਲਾਂਕਿ ਉਹਨਾਂ ਦੇ ਦੱਸੇ ਜਾ ਰਹੇ ਸੀ। ਸੋ ਅਜਿਹੇ ਦੇ ਵਿੱਚ ਜਦੋਂ ਕਿਸੇ ਵਿਅਕਤੀ ਦੇ ਜਿਹੜੇ ਸੰਬੰਧ ਨਜ਼ਰ ਆਉਂਦੇ ਨੇ ਤਾਂ ਭਾਰਤ ਸਰਕਾਰ ਦੀ ਜ਼ਰੂਰ ਖਾਸ ਤੌਰ ਤੇ ਜਿਹੜਾ ਹੈ ਨਜ਼ਰ ਹਮੇਸ਼ਾ ਇਸ ਚੀਜ਼ ਤੇ ਰਹਿੰਦੀ ਹੈ। ਨਾਲ ਹੀ ਜਾਣਕਾਰੀ ਵੀ ਦੱਸਦੀ ਕਿ ਹਰਦੀਪ ਸਿੰਘ ਨਿੱਜਰ ਜਿਹੜੇ ਨੇ ਉਹ ਸ਼ਹਿਰ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਜ਼ਬਰਦਸਤੀ ਕਿਹਾ ਜਾ ਸਕਦਾ ਉਹਨਾਂ ਦੇ ਵੱਲੋਂ ਇੱਕ ਗੁਰਦੁਆਰਾ ਦੇ ਉੱਤੇ ਜਿਹੜਾ ਹੈ ਆਪਣਾ ਕਬਜ਼ਾ ਜਿਹੜਾ ਕੀਤਾ ਗਿਆ ਸੀ। ਸੋ ਅਜਿਹੇ ਜਦੋਂ ਮਾਮਲੇ ਸਾਹਮਣੇ ਆਉਂਦੇ ਨੇ ਜਿਹੀਆਂ ਗਤੀਵਿਧੀਆਂ ਕਿਸੇ ਵਿਅਕਤੀ ਦੇ ਸਾਹਮਣੇ ਆਉਂਦੀਆਂ ਨੇ ਤਾਂ ਇਸ ਨੂੰ ਲੈ ਕੇ ਵੀ ਕਿਹਾ ਜਾ ਸਕਦਾ ਹੈ ਕਿ ਭਾਰਤ ਸਰਕਾਰ ਘੇਰੇ ਦੇ ਵਿੱਚ ਆ ਸਕਦੀ ਹੈ ਕਿਉਂਕਿ NIA ਨੇ ਹਰਦੀਪ ਸਿੰਘ ਨਿੱਜਰ ਦੇ ਲਈ 10 ਲੱਖ ਰੁਪਏ ਤੱਕ ਦਾ ਜਿਹੜਾ ਹੈ ਇਨਾਮ ਵੀ ਉਸ ਵਕਤ ਘੋਸ਼ਿਤ ਕੀਤਾ। ਪ੍ਰਿਯੰਕਾ ਇੱਕ ਜਾਣਕਾਰੀ ਹੋਰ ਵੀ ਸਾਹਮਣੇ ਆਈ ਹੈ ਕਿ ਕੈਨੇਡੀਅਨ ਗਵਰਨਮੈਂਟ ਨੇ ਇੱਕ ਇੰਡੀਅਨ ਡਿਪਲੋਮੈਟ ਨੂੰ ਦੇਸ਼ ਨਿਕਾਲਾ ਦੇ ਦਿੱਤਾ ਹੈ ਤੇ ਜੋ ਕਿ ਕੈਨੇਡਾ ਦੇ ਵਿੱਚ ਭਾਰਤੀ ਇੰਟੈਲੀਜੈਂਸ ਦੇ ਪ੍ਰਮੁੱਖ ਸੀ। ਇਸ ਮੁਤਾਲਕ ਕੋਈ ਜਾਣਕਾਰੀ जिसमें देखो अजिही जानकारी जी है फिलहाल कोई सामने नहीं आ रही है पर हाँ फिलहाल जिस मुद्दे की ਅਸੀਂ ਗੱਲ ਕਰ ਰਹੇ ਹਾਂ ਉਸ ਨੂੰ ਲੈ ਕੇ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਅਜਿਹੇ ਜਿਹੜੇ ਮਾਮਲੇ ਜਦੋਂ ਚਾਹੇ ਹਰਦੀਪ ਸਿੰਘ ਨਿੱਜਰ ਦੀ ਗੱਲ ਕਰ ਲਈਏ ਚਾਹੇ ਕਿਸੇ ਹੋਰ ਖਾਲਿਸਤਾਨੀ ਸਮਰਥਕ ਦੀ ਗੱਲ ਕਰ ਲਈਏ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੰਗਲੈਂਡ ਦੇ ਵਿੱਚ ਵੀ ਇੱਕ ਜਿਹੜੇ ਖਾਲਿਸਤਾਨੀ ਸਮਰਥਕ ਸੀ ਉਹਨਾਂ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਉੱਥੇ ਵੀ NIA ਦੇ ਵੱਲੋਂ ਉਹਨਾਂ ਨੂੰ ਲਿਸਟਡ ਕੀਤਾ ਗਿਆ ਸੀ। ਉਹਨਾਂ ਦੇ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਦੀ ਗੱਲ ਹੋਈ ਸੀ। ਸੋ ਅਜਿਹੇ ਮਾਮਲੇ ਜਦੋਂ ਸਾਹਮਣੇ ਆਉਂਦੇ ਨੇ ਤਾਂ ਭਾਰਤੀ ਸਰਕਾਰ ਜਿਹੜੀ ਹੈ ਕਿਤੇ ਨਾ ਕਿਤੇ ਆਪਣਾ ਸਖਤੀ ਦਾ ਰੁਖ ਅਪਣਾਉਂਦੀ ਹੋਈ ਨਜ਼ਰ ਆਉਂਦੀ ਹੈ। ਪਰ ਜਦੋਂ ਕਤਲकांड ਦਾ ਮਾਮਲਾ ਸਾਹਮਣੇ ਆਉਂਦਾ ਤਾਂ ਅਜਿਹੇ ਦੇ ਵਿੱਚ ਕੈਨੇਡਾ ਸਰਕਾਰ ਨੇ ਜ਼ਰੂਰ ਸਖਤੀ ਦਿਖਾਈ ਹੈ ਕਿ ਸਾਡੇ ਨਾਗਰਿਕ ਜਿਹੜੇ ਨੇ ਸਾਡੇ ਦੇਸ਼ ਦਾ ਜਿਹੜਾ ਕਾਨੂੰਨ ਉਹ ਆਪਣੇ ਨਾਗਰਿਕਾਂ ਦੀ ਪ੍ਰਭੂਸੱਤਾ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਜਿਹੜੀ ਸੱਟ ਹੈ ਉਹ ਬਰਦਾਸ਼ਤ ਨਹੀਂ ਕਰ ਸਕਦਾ। ਭਾਰਤ ਸਰਕਾਰ ਇਸ ਜਾਂਚ ਦੇ ਵਿੱਚ ਪੂਰਾ ਸਾਥ ਦੇਵੇ ਨਹੀਂ ਤਾਂ ਕੈਨੇਡਾ ਸਰਕਾਰ ਜਿਹੜੀ ਕਿਸੇ ਵੀ ਤਰ੍ਹਾਂ ਦਾ ਸਖਤੀ ਦਾ ਰੁਖ। ਠੀਕ ਹੈ ਪ੍ਰਿਯੰਕਾ ਤੁਸੀਂ ਸਾਡੇ ਨਾਲ ਬਣੇ ਰਹੋ। ਸਾਡੇ ਨਾਲ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਂਚੀ ਵੀ ਫੋਨ ਲਾਈਨ ਤੇ ਜੁੜ ਗਏ ਨੇ, ਗੱਲਬਾਤ ਕਰਦੇ ਹਾਂ। ਹਰਜਿੰਦਰ ਜੀ ਸਵਾਗਤ ਹੈ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਤੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਹਰਜਿੰਦਰ ਜੀ ਇੱਕ ਖਬਰ ਜੋ ਆਉਂਦੀ ਹੈ ਜਿਸ ਨੇ ਸਭ ਨੂੰ ਜੋ ਹੈ ਹੁਣ ਸ਼ਸ਼ੋਪੰਜ ਦੇ ਵਿੱਚ ਪਾ ਦਿੱਤਾ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਬਿਆਨ ਦਿੱਤਾ ਹੈ ਕਿ ਬੀਤੇ ਦਿਨੀ ਜੋ ਹਰਦੀਪ ਸਿੰਘ ਨਿੱਜਰ ਦਾ ਕੈਨੇਡਾ ਦੇ ਵਿੱਚ ਕਤਲ ਹੋਇਆ ਸੀ ਜਦੋਂ ਆਪਣਾ ਟਰੱਕ ਚਲਾ ਰਹੇ ਸੀ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕੀਤੀ ਗਈ ਸੀ। ਉਹਨਾਂ ਨੇ ਹੁਣ ਇਲਜ਼ਾਮ ਲਗਾਏ ਨੇ ਕਿ ਭਾਰਤ ਦਾ ਹੱਥ ਹੋ ਸਕਦਾ ਹੈ ਇਸ ਦੇ ਵਿੱਚ ਤੇ ਇੱਕ ਜੋ ਭਾਰਤ ਦਾ ਡਿਪਲੋਮੈਟ ਹੈ ਇਸ ਮਾਮਲੇ ਦੇ ਵਿੱਚ ਉਸਨੂੰ ਦੇਸ਼ ਨਿਕਾਲਾ ਵੀ ਦੇ ਦਿੱਤਾ ਹੈ ਕਿਉਂਕਿ ਭਾਰਤੀ ਇੰਟੈਲੀਜੈਂਸ ਦਾ ਉੱਥੇ ਉਹ ਪ੍ਰਮੁੱਖ ਸੀ। ਤੁਸੀਂ ਇਸ ਸਭ ਨੂੰ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਕਿ ਵਾਕਈ ਤੁਹਾਨੂੰ ਲੱਗਦਾ ਕਿ ਭਾਰਤ ਸਰਕਾਰ ਦਾ ਇਸ ਦੇ ਵਿੱਚ ਹੱਥ ਹੋ ਸਕਦਾ ਹੈ? ਦੇਖੋ ਅੱਜ ਸਿੱਖ ਕੌਮ ਜਿਹੜੀ ਕਿ 2 ਵਕਤ ਸਰਬੱਤ ਦਾ ਭਲਾ ਮੰਗਦੀ ਹੈ, ਸਵੇਰੇ ਸ਼ਾਮ ਦੀ ਅਰਦਾਸ ਵਿੱਚ ਹਰ ਸਿੱਖ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਹਿੰਦਾ ਹੈ ਜੀ। ਇਹਦੇ ਬਾਵਜੂਦ ਅੱਜ ਵਿਸ਼ਵ ਦੇ ਕਿਸੇ ਵੀ ਕੋਨੇ ਦੇ ਵਿੱਚ ਸਿੱਖ ਸੁਰੱਖਿਅਤ ਨਹੀਂ ਹੈ। ਪੰਜਾਬ ਦੇ ਵਿੱਚ ਸਿੱਖਾਂ ਦੇ ਹਾਲਾਤ ਬਹੁਤ ਤਰਸਯੋਗ ਹੋਏ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਤੱਕ ਚਲੀ ਗਈ ਹੈ। ਸਿੱਖ ਭਾਵੇਂ ਕੈਨੇਡਾ ਦੇ ਵਿੱਚ ਵਸਦੇ ਨੇ, ਜਿਵੇਂ ਟਰੂਡੋ ਸਾਹਿਬ ਦਾ ਹੁਣ ਬਿਆਨ ਆ ਰਿਹਾ ਹੈ, ਹੁਣ ਕੈਨੇਡਾ ਵਰਗੀ ਕੰਟਰੀ ਦੇ ਵਿੱਚ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਣਾ
ਜੀ ਤੇ ਜਾਂ ਅਵਤਾਰ ਸਿੰਘ ਖੰਡਾ ਦਾ ਕਤਲ ਹੋਣਾ, ਭਾਵੇਂ ਸਿੱਖ ਪਾਕਿਸਤਾਨ ਦੇ ਵਿੱਚ ਵਸਦਾ ਹੈ, ਪਰਮਜੀਤ ਸਿੰਘ ਪੰਜਵੜ ਇੰਗਲੈਂਡ 'ਚ ਹੈ, ਕੋਈ ਕਿਤੇ ਵੀ ਵਸਦਾ ਹੈ, ਮੈਂ ਸਮਝਦਾ ਕਿ ਸਿੱਖ ਕਿਸੇ ਵੀ ਧਰਤੀ ਦੇ ਉੱਤੇ ਕਿਸੇ ਵੀ ਕੰਟਰੀ ਦੇ ਵਿੱਚ ਸੇਫ ਨਹੀਂ ਹੈ। ਤਾਂ ਇਹ ਜਿਹੜਾ ਟਰੂਡੋ ਸਾਹਿਬ ਨੇ ਭਾਰਤ ਦੀਆਂ ਏਜੰਸੀਆਂ ਨੂੰ ਸਿੱਧਾ ਦੋਸ਼ੀ ਕਰਾਰ ਦਿੱਤਾ ਹੈ, ਇਹ ਤਾਂ ਹੁਣ ਭਾਰਤੀ ਏਜੰਸੀਆਂ ਨੂੰ ਤੇ ਇੱਥੋਂ ਦੇ ਸਾਰੇ ਸਿਸਟਮ ਨੂੰ ਆਪਣੀ ਸਥਿਤੀ ਜਿਹੜੀ ਹੈ ਪੂਰੇ ਵਿਸ਼ਵ ਦੇ ਸਾਹਮਣੇ ਸਪਸ਼ਟ ਕਰਨੀ ਪਊਗੀ ਤੇ ਇਹ ਵੀ ਦੱਸਣਾ ਪਊਗਾ ਕਿ ਜੇ ਉਹਨਾਂ ਨੇ ਇਹੋ ਜਿਹਾ ਕੀਤਾ ਹੈ ਨਿੱਜਰ ਸਾਹਿਬ ਦਾ ਕਤਲ, ਤਾਂ ਇਹਦੇ ਪਿੱਛੇ ਉਹਨਾਂ ਦੀ ਮਜਬੂਰੀ ਕੀ ਰਹੀ ਹੈ। ਜਿਹੜੇ ਬੰਦੇ ਦੇਖੋ ਵਿਚਾਰਧਾਰਾ ਕਿਸੇ ਦੀ ਕੋਈ ਵੀ ਹੋ ਸਕਦੀ, ਕੋਈ ਖਾਲਿਸਤਾਨ ਨਾਲ ਸੰਬੰਧ ਰੱਖ ਸਕਦਾ ਹੈ, ਵਿਚਾਰਧਾਰਾ ਨਾਲ ਕੋਈ ਨਹੀਂ ਰੱਖਦਾ। ਸਿੱਖਾਂ ਵਿੱਚ ਵੀ ਵੱਖਰੀਆਂ ਵਿਚਾਰਧਾਰਾਵਾਂ ਹੈਗੀਆਂ ਨੇ ਇਸ ਮਸਲੇ ਤੇ, ਪਰ ਤੁਸੀਂ ਵਿਚਾਰਧਾਰਕ ਵਖਰੇਵਿਆਂ ਨੂੰ ਲੈ ਕੇ ਇੱਕ ਦੂਜੇ ਦਾ ਖੂਨ ਡੋਲਣ ਤੱਕ ਚਲੇ ਜਾਓਗੇ। ਮੈਂ ਸਮਝਦਾ ਇਹ ਮਨੁੱਖਤਾ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਹੈ। ਤਾਂ ਇਹ ਹੁਣ ਭਾਰਤ ਸਰਕਾਰ ਦੇ ਉੱਪਰ ਤੇ ਸਾਰੇ ਭਾਰਤੀ ਸਿਸਟਮ ਦੇ ਉੱਪਰ ਕੈਨੇਡਾ ਵਰਗੀ ਕੰਟਰੀ ਦੇ ਪ੍ਰਾਈਮ ਮਿਨਿਸਟਰ ਵੱਲੋਂ ਇੱਕ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਗਿਆ ਹੈ। ਤਾਂ ਇਹ ਭਾਰਤ ਸਰਕਾਰ ਤੇ ਇੱਥੋਂ ਦੇ ਸਾਰੇ ਜ਼ਿੰਮੇਵਾਰਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਪਣੀ ਸਥਿਤੀ ਸਪਸ਼ਟ ਕਰਨ ਵੀ ਇਹ ਕੀ ਕੁਛ ਇਹ ਜਿਹੜਾ ਵਾਪਰਿਆ ਉਹਦੇ ਵਿੱਚ ਭਾਰਤ ਦੀ ਕਿੰਨੀ ਕੁ ਇਨਵੋਲਵਮੈਂਟ ਹੈਗੀ ਸੀਗੀ ਤੇ ਇਹਨਾਂ ਦੀ ਮਜਬੂਰੀ ਕੀ ਹੈ। ਜੇ ਇਸ ਤਰ੍ਹਾਂ ਹੋ ਰਿਹਾ ਹੈ ਤਾਂ ਇਹ ਮਜਬੂਰੀ ਕੀ ਹੈਗੀ ਹੈ ਵੀ ਏਦਾਂ ਬੰਦੇ ਸ਼ਾਂਤਮਈ ਰਹਿ ਰਹੇ ਨੇ, ਉਹਨਾਂ ਦੇ ਕਤਲ ਭਾਵੇਂ ਕੋਈ ਸਿੱਖ ਹੋਵੇ, ਹਿੰਦੂ ਹੋਵੇ, ਮੁਸਲਿਮ ਹੋਵੇ, ਈਸਾਈ ਹੋਵੇ, ਕੋਈ ਧਰਮ ਨੂੰ ਮੰਨਦਾ ਹੋਵੇ ਨਾ ਮੰਨਦਾ ਹੋਵੇ, ਪਰ ਸ਼ਾਂਤਮਈ ਰਹਿੰਦੇ ਬੰਦਿਆਂ ਦੇ ਕਤਲ ਹੋਣੇ ਬਹੁਤ ਦੁਖਦਾਇਕ ਹੈ। ਮੈਨੂੰ ਲੱਗਦਾ ਕੋਈ ਵੀ ਸੁਹਿਰਦ ਨਾਗਰਿਕ ਜਿਹੜਾ ਹੈਗਾ ਉਹ ਇਹੋ ਜਿਹੇ ਕਤਲਾਂ ਦੀ ਸਪੋਰਟ ਨਹੀਂ ਕਰੂਗਾ। ਸਾਰੇ ਲੋਕ ਇਹਦੀ ਨਿੰਦਾ ਕਰਦੇ ਜੀ। ਹਰਜਿੰਦਰ ਜੀ, ਇਲਜ਼ਾਮ ਨੇ ਕਿ ਟਾਰਗੇਟ ਕਿਲਿੰਗ ਸੀ। ਗੁਰਪਤਵੰਤ ਪੰਨੂ ਦੀ ਸਿਕਸ ਫॉर ਜਸਟਿਸ ਹੈ ਉਸ ਸੰਸਥਾ ਦੇ ਨਾਲ ਜੁੜੇ ਹੋਏ ਸੀ। ਟਾਰਗੇਟ ਕਿਲਿੰਗ ਪੰਜਾਬ ਦੇ ਵਿੱਚ ਕੀਤੀਆਂ ਗਈਆਂ ਨੇ। NIA ਦੇ ਵੱਲੋਂ ਇਨਾਮ ਵੀ ਰੱਖਿਆ ਗਿਆ ਇਹਨਾਂ ਤੇ। ਦੇਖੋ ਭੈਣ ਜੀ, ਗੱਲ ਸਪਸ਼ਟ ਹੈ ਕਿ ਜਿਹੜਾ ਹੈਗਾ ਇੱਕ ਮਸਲਾ ਖਾਲਿਸਤਾਨ ਦਾ, ਜਿਹਨੂੰ ਏਜੰਸੀਆਂ ਜਿਹੜੀਆਂ ਹੈਗੀਆਂ ਨੇ ਭਾਰਤ ਦੀਆਂ ਦਬਾਉਣ ਦਾ ਯਤਨ ਕਰ ਰਹੀਆਂ ਨੇ। ਪਰ ਮੈਂ ਇੱਕ ਬੇਨਤੀ ਇਹ ਕਰਦੀ ਹਾਂ, ਮੈਂ ਕੋਈ ਖਾਲਿਸਤਾਨ ਦੇ ਹੱਕ ਵਿੱਚ ਗੱਲ ਨਹੀਂ ਕਰ ਰਿਹਾ, ਪਰ ਮੈਂ ਇਹ ਪੁੱਛਣਾ ਚਾਹੁੰਦਾ ਸਾਰੇ ਸਿਸਟਮ ਨੂੰ ਕਿ ਜਿਹੜੀ ਇਹ ਖਾਲਿਸਤਾਨ ਦੀ ਮੰਗ ਵੀ ਬਾਰ-ਬਾਰ ਉੱਠ ਰਹੀ ਹੈ, ਲਗਾਤਾਰ ਉੱਠ ਰਹੀ ਹੈ, ਇਹਦੇ ਪਿੱਛੇ ਕਾਰਨ ਕੀ ਨੇ? ਉਹਨਾਂ ਕਾਰਨਾਂ ਤੱਕ ਪਹੁੰਚਣ ਦੀ ਥਾਂ ਤੇ ਜੇ ਕੋਈ ਬੰਦਾ ਪੀਸਫੁਲੀ ਗੱਲ ਕਰ ਰਿਹਾ ਹੈ ਉਹਦੇ ਤੇ ਆਪਾਂ ਇਹੋ ਜਿਹੇ ਐਕਸ਼ਨ ਕਰਾਂਗੇ, ਉਹਨਾਂ ਦੇ ਕਤਲ ਕਰਾਂਗੇ, ਇਹ ਤਾਂ ਠੀਕ ਗੱਲ ਨਹੀਂ ਲੱਗਦੀ। ਕਿਉਂਕਿ ਜਦੋਂ ਭਾਰਤ ਦੀ ਆਜ਼ਾਦੀ ਦੇ ਵਿੱਚ 2% ਤੋਂ ਘੱਟ ਆਬਾਦੀ ਹੋਣ ਦੇ ਬਾਵਜੂਦ 85% ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਨੇ। ਭਾਵੇਂ 65 ਦੀ ਲੜਾਈ ਹੈ, 71 ਦੀ ਲੜਾਈ ਹੈ, ਸਰਹੱਦਾਂ ਤੇ ਰਾਖੀ ਵੱਡੇ ਪੱਧਰ ਤੇ ਸਿੱਖਾਂ ਨੇ ਕੀਤੀ ਆ। ਤਾਂ ਇਹਦੇ ਬਾਵਜੂਦ ਆਜ਼ਾਦੀ ਤੋਂ ਸਿਰਫ 56 ਦਿਨਾਂ ਬਾਅਦ ਹੀ ਉਹਨਾਂ ਸਿੱਖਾਂ ਨੂੰ ਜਰਾਇਮ ਪੇਸ਼ਾ ਲੋਕ ਕਹਿ ਦਿੱਤਾ ਗਿਆ ਸੀਗਾ। ਤੇ ਜਿਹੜੀ ਸਾਡੀ ਫੌਜ ਦੇ ਵਿੱਚ ਭਰਤੀ 2%, ਜਿਹੜੀ ਸਾਡੀ 80% ਹੁੰਦੀ ਸੀ, ਉਹ ਘਟਾ ਕੇ ਆਜ਼ਾਦੀ ਤੋਂ ਬਾਅਦ 2% ਤੋਂ ਵੀ ਹੇਠਾਂ ਲੈ ਜਾਂਦੀ ਸੀਗੀ। ਤਾਂ ਜਿਹੜੇ ਸਾਡੇ ਪਾਕਿਸਤਾਨ ਚੋਂ ਉੱਜੜ ਕੇ ਆਏ ਸੀਗੇ ਭੈਣ ਭਰਾ, ਉਹਨਾਂ ਵਿੱਚੋਂ ਵੱਡੇ ਹਿੱਸੇ ਨੂੰ ਪੰਜਾਬ ਤੋਂ ਦੂਰ ਦੁਰਾਡੇ ਵੱਖਰੇ ਇਲਾਕਿਆਂ 'ਚ ਵੰਡ ਕੇ ਵਸਾਇਆ ਗਿਆ ਸੀ ਕਿ ਇਹਨਾਂ ਦੀ ਗਿਣਤੀ ਕਿਸੇ ਇੱਕ ਥਾਂ ਤੇ ਹੋ ਜਾਵੇ। ਤਾਂ ਇਹ ਸਾਰੀਆਂ ਜਿਹੜੀਆਂ ਗੱਲਾਂ ਲਗਾਤਾਰ ਵਾਪਰੀਆਂ 1984 ਦੇ ਵਿੱਚ, ਜਿਵੇਂ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ, ਦਰਬਾਰ ਸਾਹਿਬ ਢਹਿ ਢੇਰੀ ਹੋਇਆ, ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਨੇ, ਸਾਡੇ ਬੰਦੀ ਸਿੰਘਾਂ ਨੂੰ ਛੱਡਿਆ ਨਹੀਂ ਜਾ ਰਿਹਾ। ਜਦੋਂ ਸਾਡੇ ਨਾਲ ਲਗਾਤਾਰ ਬੇਇਨਸਾਫੀਆਂ ਹੋ ਰਹੀਆਂ ਨੇ ਤਾਂ ਹਰ ਸਿੱਖ ਆਪਣੇ ਆਪ ਨੂੰ 2 ਨੰਬਰ ਦਾ ਸ਼ਹਿਰੀ ਮਹਿਸੂਸ ਕਰਦਾ ਹੈ। ਇਸ ਕਰਕੇ ਜਿਹੜੀਆਂ ਇਹੋ ਜਿਹੀਆਂ ਗੱਲਾਂ ਉੱਠਦੀਆਂ ਨੇ, ਸੋ ਮੈਨੂੰ ਲੱਗਦਾ ਕਿ ਇਹ ਜਿਹੜੀ ਜੜ ਤੱਕ ਪਹੁੰਚਣਾ ਚਾਹੀਦਾ ਭਾਰਤ ਸਰਕਾਰ ਨੂੰ ਵੀ, ਏਜੰਸੀਆਂ ਨੂੰ ਵੀ, ਕਿ ਇਸ ਤਰ੍ਹਾਂ ਦੀਆਂ ਸੁਰਾਂ ਉੱਠ ਕਿਉਂ ਰਹੀਆਂ ਨੇ, ਦੋਸ਼ੀ ਕੌਣ ਹੈ ਇਹਦੇ ਪਿੱਛੇ। ਹੁਣ ਮੈਂ ਸਾਰੇ ਸਿਸਟਮ ਨੂੰ ਪੁੱਛਦਾ, ਭਾਰਤ ਸਰਕਾਰ ਨੂੰ, ਕਿ ਗੁਰੂ ਗ੍ਰੰਥ ਸਾਹਿਬ ਜਿਹੜਾ ਪੂਰੀ ਮਨੁੱਖਤਾ ਦਾ ਸਾਂਝਾ ਹੈਗਾ, ਅੱਜ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ, ਇਹਨਾਂ ਨੇ 295 ਧਾਰਾ ਨੂੰ ਵੀ ਸਖਤ ਨਹੀਂ ਕੀਤਾ। ਉਹਦੇ ਵਿੱਚ ਵੀ ਵੱਧ ਤੋਂ ਵੱਧ 3 ਸਾਲ ਦੀ ਸਜ਼ਾ ਹੋ ਸਕਦੀ ਹੈ ਦੋਸ਼ੀ ਨੂੰ, ਜਿਹੜੀ ਕਿ ਅਜੇ ਤੱਕ ਕਿਸੇ ਨੂੰ ਹੋਈ ਨਹੀਂ। ਤਾਂ ਇਹ ਕੀ ਕਾਰਨ ਹੈ, ਕਿਉਂ ਨਹੀਂ ਉਹਨੂੰ ਸਖਤ ਕਰ ਰਹੇ? ਇੱਕ ਪਾਸੇ ਜਿਹੜੇ ਕਾਤਲ ਨੇ, ਸਿੱਖਾਂ ਦੇ ਜਿਹੜੇ ਸਿੱਖਾਂ ਦੇ ਖੂਨ ਨਾਲ ਹੋਲੀ ਖੇਡਣ ਵਾਲੇ ਬੰਦੇ ਨੇ, ਉਹਨਾਂ ਨੂੰ ਜੇ ਉਮਰ ਕੈਦ ਹੋ ਜਾਂਦੀ ਹੈ ਤਾਂ ਉਹ ਬੰਦੇ 2-2 ਸਾਲ ਬਾਅਦ ਛੱਡੇ ਗਏ ਨੇ। ਮੇਰੇ ਕੋਲ ਸਾਰਾ ਰਿਕਾਰਡ ਪਿਆ।
ਤੇ ਸਾਡੇ ਬੰਦਿਆਂ ਨੂੰ 30 35 ਸਾਲਾਂ ਬਾਅਦ ਵੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਣ, ਗੁਰਦੀਪ ਸਿੰਘ ਖੇੜਾ ਹੋਣ, ਜਗਤਾਰ ਸਿੰਘ ਹਵਾੜਾ ਹੋਣ ਜਾਂ ਹੋਰ ਜਿੰਨੇ ਵੀ ਸਾਡੇ ਸਿੱਖ ਪਰ ਨੇ, ਇੱਕ ਉਹਨਾਂ ਨੂੰ ਚੀਜ਼ ਛੱਡਿਆ ਨਹੀਂ ਜਾਂਦਾ। ਹਰਜਿੰਦਰ ਜੀ, ਇੱਕ ਚੀਜ਼ ਹੋਰ ਵੀ ਹੈ, ਇਲਜ਼ਾਮ ਇਹ ਵੀ ਨੇ ਕਿ ਚਾਹੇ ਅਵਤਾਰ ਸਿੰਘ ਖੰਡਾ ਨੇ, ਚਾਹੇ ਹਰਦੀਪ ਸਿੰਘ ਨਿੱਜਰ ਨੇ, ਇਹਨਾਂ ਦੇ ਵੱਲੋਂ ਜੋ ਉੱਥੇ ਦਫ਼ਤਰ ਬਣੇ ਹੋਏ ਸੀ ਭਾਰਤ ਸਰਕਾਰ ਦੇ ਕੈਨੇਡਾ ਦੇ ਵਿੱਚ, ਉਸ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਤੇ ਨਾਲ ਹੀ ਭਾਰਤ ਵਿੱਚ ਦੋਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਦਹਿਸ਼ਤਗਰਦੀ ਹਮਲੇ ਵੀ ਕਰਵਾਏ ਗਏ ਨੇ। ਇਹ ਇਲਜ਼ਾਮ ਅਕਸਰ ਲੱਗਦੇ ਰਹੇ ਨੇ। ਇਸ ਨੂੰ ਲੈ ਕੇ ਜੋ ਪਿਛਲੇ ਦਿਨੀ ਸਾਹਮਣੇ ਆਇਆ ਸੀ ਕਿ 10 ਲੱਖ ਰੁਪਏ ਦਾ ਇਨਾਮ ਹੈ ਜਿਹੜਾ ਉਹ ਰੱਖਿਆ ਗਿਆ ਸੀ ਤੇ ਜਲੰਧਰ ਦੇ ਵਿੱਚ NIA ਨੇ 2021 ਦੇ ਵਿੱਚ ਇੱਕ ਹਿੰਦੂ ਪੁਜਾਰੀ ਦਾ ਕਤਲ ਹੋਇਆ ਸੀ, ਉਸ ਮਾਮਲੇ ਦੇ ਵਿੱਚ ਇਹਨਾਂ ਨੂੰ ਜਿਹੜਾ ਦੋਸ਼ੀ ਠਹਿਰਾਇਆ ਸੀ ਹਰਦੀਪ ਸਿੰਘ ਨਿੱਜਰ ਨੂੰ। ਦੇਖੋ ਭੈਣ ਜੀ, ਗੱਲ ਬੜੀ ਸਪਸ਼ਟ ਹੈ ਕਿ ਕਿਸੇ ਦਾ ਵੀ ਕਤਲ ਦੇ ਅਸੀਂ ਹੱਕ ਵਿੱਚ ਨਹੀਂ ਹਾਂ ਜੀ। ਕੋਈ ਵੀ ਕਤਲ ਸ਼ਾਂਤਮਈ ਬੰਦਾ, ਭਾਵੇਂ ਉਹ ਸਿੱਖ ਹੈ, ਹਿੰਦੂ ਹੈ, ਜਿਹੜਾ ਵੀ ਕੋਈ ਇਸ ਤਰ੍ਹਾਂ ਰਹਿ ਰਿਹਾ ਉਹਦਾ ਕਤਲ ਕੋਈ ਵੀ ਕਰਦਾ ਉਹ ਬਿਲਕੁਲ ਗਲਤ ਹੈ। ਪਰ ਜਿਹੜੇ ਇਲਜ਼ਾਮ ਨੇ ਇਹ ਕਈ ਵਾਰੀ ਹੁੰਦਾ ਹੈ ਕਿ ਇਸ ਤਰ੍ਹਾਂ ਝੂਠੇ ਹੀ ਸਿੱਖਾਂ ਨੂੰ ਤਾਂ ਫਸਾਇਆ ਜਾਂਦਾ ਹੈ। ਮੈਂ ਤੁਹਾਨੂੰ ਲੇਟੈਸਟ ਉਦਾਹਰਨ ਦੇਣੀ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਸਲੇ ਦੇ ਉੱਤੇ ਵੀ ਸਾਡੇ ਬੇਕਸੂਰ ਸਿੱਖ ਨੌਜਵਾਨਾਂ ਨੂੰ, ਪੰਜ ਗਣਾਈ ਵਾਲੇ ਨੌਜਵਾਨਾਂ ਨੂੰ ਫਸਾਇਆ ਜਾ ਰਿਹਾ ਸੀਗਾ। ਸੋ ਇਹ ਏਜੰਸੀਆਂ ਜਿਹੜੀਆਂ ਹੈਗੀਆਂ ਨੇ, ਝੂਠੇ ਬਿਰਤਾਂਤ ਸਿਰਜਣ ਦੇ ਵਿੱਚ ਬਹੁਤ ਇਹਨਾਂ ਦੀ ਮੁਹਾਰਤ ਹੈ। ਇਹ ਝੂਠੀਆਂ ਗੱਲਾਂ ਬਣਾ ਕੇ ਸਿੱਖਾਂ ਦੇ ਸਿਰ ਮੜ ਦਿੰਦੇ ਹੈ। ਤਾਂ ਮੈਂ ਸਮਝਦਾ ਵੀ ਸਿੱਖ ਤਾਂ ਸਰਬੱਤ ਦਾ ਹਮੇਸ਼ਾ ਭਲਾ ਮੰਗਦਾ ਹੈ। ਤੁਹਾਨੂੰ ਕੀ ਲੱਗਦਾ ਕਿ ਜਦੋਂ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਜਾਂ ਅਵਤਾਰ ਸਿੰਘ ਖੰਡਾ ਦੀ ਮੌਤ ਹੋਈ ਹੈ, ਅਵਤਾਰ ਸਿੰਘ ਖੰਡਾ ਦੀ ਤਾਂ ਡੈੱਡ ਬੋਡੀ ਵੀ ਨਹੀਂ ਲਿਆਉਣ ਦਿੱਤੀ ਗਈ, ਹਰਦੀਪ ਸਿੰਘ ਨਿੱਜਰ ਦਾ ਜਦੋਂ ਕਤਲ ਹੋਇਆ ਤਾਂ ਉਸ ਵਕਤ ਭਾਰਤ ਸਰਕਾਰ ਦੇ ਵੱਲੋਂ, ਭਾਰਤ ਸਰਕਾਰ ਦੀ ਤਰਫੋਂ ਕੋਈ ਵੀ ਬਿਆਨ ਨਹੀਂ ਆਇਆ। ਤੁਹਾਨੂੰ ਲੱਗਦਾ ਹੈ ਕਿ ਵਾਕਈ ਭਾਰਤ ਸਰਕਾਰ ਦਾ ਇਸ ਸਭ ਦੇ ਵਿੱਚ ਹੱਥ ਹੋ ਸਕਦਾ ਹੈ, ਏਜੰਸੀਆਂ ਦੀ ਮਦਦ ਲਈ ਗਈ ਹੋ ਸਕਦੀ ਹੈ? ਕਿਉਂਕਿ ਸਾਡੀ ਜੋ ਰੋ ਹੈ ਉਹ ਇੱਕ ਮੋਸਾਦ ਦੀ ਤਰ੍ਹਾਂ ਕੰਮ ਕਰ ਰਹੀ ਹੈ, ਜੋ ਕਿਸੇ ਹੋਰ ਦੇਸ਼ ਦੀ ਸੁਰੱਖਿਆ, ਜੋ ਹੋਰ ਕਿਸੇ ਦੇਸ਼ ਦੀ ਏਜੰਸੀ ਹੈ, ਉਸ ਦੇ ਹਿਸਾਬ ਨਾਲ ਉਹਨਾਂ ਨੇ ਆਪਣਾ ਵਰਕ ਫਾਰਮੈਟ ਅਪਣਾਇਆ ਹੋਇਆ। ਦੇਖੋ ਭੈਣ ਜੀ, ਮੇਰੇ ਕੁਝ ਕਹਿਣ ਨਾਲ ਤਾਂ ਕੋਈ ਫਰਕ ਨਹੀਂ ਪੈਣਾ। ਜੇ ਕੈਨੇਡਾ ਵਰਗੀ ਜਿਹੜੀ ਕੰਟਰੀ ਜਿਹਦੇ ਵਿੱਚ ਸਾਡੇ ਭਾਰਤ ਦੀ ਬਾਉਂਡਰੀ 'ਚ ਰਹਿਣ ਵਾਲੇ ਬਹੁਤ ਸਾਰੇ ਲੋਕ, ਇਹ ਨਹੀਂ ਵੀ ਇਕੱਲੇ ਉੱਥੇ ਸਿੱਖ ਵਸਦੇ ਆ, ਗੁਜਰਾਤੀ, ਹੋਰ ਵੀ ਸਾਡੇ ਭੈਣ ਭਰਾ ਜਿਹੜੇ ਸਾਡੇ ਭਾਰਤ ਦੇ ਵਸਿੰਦੇ ਆ, ਜਿਨ੍ਹਾਂ ਨੇ ਕੈਨੇਡਾ ਵਰਗੀ ਕੰਟਰੀ 'ਚ ਜਾ ਕੇ ਆਪਣੀ ਆਰਥਿਕ ਹਾਲਾਤ ਠੀਕ ਕੀਤੇ ਨੇ ਔਰ ਕੈਨੇਡਾ ਵਿੱਚ ਕੰਮ ਕਰਨ ਦੇ ਬਾਵਜੂਦ ਉਹ ਆਪਣੀ ਧਰਤੀ ਨਾਲ ਇੱਥੇ ਜੁੜੇ ਹੋਏ ਨੇ, ਪੰਜਾਬ ਨਾਲ, ਗੁਜਰਾਤ ਨਾਲ, ਹਰਿਆਣੇ ਨਾਲ। ਗਾਹੇ ਬਗਾਹੇ ਜਦੋਂ ਕਿਤੇ ਪੰਜਾਬ ਨੂੰ, ਗੁਜਰਾਤ ਨੂੰ ਜਾਂ ਕਿਸੇ ਹੋਰ ਸਟੇਟ ਨੂੰ ਲੋੜ ਪੈਂਦੀ ਹੈ, ਪਿੱਛੇ ਉਹਨਾਂ ਦੇ ਪਿੰਡਾਂ 'ਚ ਲੋੜ ਪੈਂਦੀ ਹੈ, ਤਾਂ ਉਹ ਤੁਸੀਂ ਦੇਖੋ NRI ਵੀਰ ਬਹੁਤ ਵੱਡੇ ਪੱਧਰ ਤੇ ਸਪੋਰਟ ਕਰਦੇ ਨੇ। ਉਸ ਕੰਟਰੀ ਦਾ ਪ੍ਰਾਈਮ ਮਿਨਿਸਟਰ ਇਹ ਬਿਆਨ ਦੇਵੇ ਤਾਂ ਇਹਦਾ ਜਵਾਬ ਜਿਹੜਾ ਹੈਗਾ ਭਾਰਤ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੂੰ ਜਾਂ ਫਿਰ ਜਿਹੜੀਆਂ ਏਜੰਸੀਆਂ ਹੈਗੀਆਂ ਨੇ ਭਾਰਤੀ ਸਿਸਟਮ ਅਨੁਸਾਰੇ ਨੂੰ ਉਹਦਾ ਜਵਾਬ ਦੇਣਾ ਪਊਗਾ ਵਿਸ਼ਵ ਦੇ ਸਾਹਮਣੇ। ਨਹੀਂ ਤਾਂ ਇਹ ਬਹੁਤ ਵੱਡੀ ਸਵਾਲ ਚਿੰਨ੍ਹ ਖੜਾ ਹੋ ਗਿਆ ਭਾਰਤ ਦੇ ਉੱਤੇ। ਤਾਂ ਜਿਹੜੇ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਨੇ ਉਹ ਟਰੂਡੋ ਸਾਹਿਬ ਦਾ ਜਵਾਬ ਦੇਣ ਕਿ ਇਹ ਆਪਣੀ ਮਜਬੂਰੀ ਦੱਸਣ ਕਿ ਕਿਉਂ ਜਿਹੜੇ ਬੰਦੇ ਪੀਸਫੁਲੀ ਰਹਿ ਰਹੇ ਨੇ ਉਹਨਾਂ ਦੇ ਕਤਲ ਹੋ ਰਹੇ ਨੇ। ਉਹਨਾਂ ਨੂੰ ਦੱਸਣਾ ਪਊਗਾ ਉਹਨਾਂ ਦਾ ਹੱਥ ਹੈ ਜਾਂ ਨਹੀਂ ਹੈ, ਇਹ ਇਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਜੀ। ਤਾਂ ਇਸ ਨੂੰ ਲੈ ਕੇ ਤੁਸੀਂ ਪੰਜਾਬ ਸਰਕਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਅਪੀਲ ਕਰਨਾ ਚਾਹੋਗੇ? ਦੇਖੋ, ਪੰਜਾਬ ਸਰਕਾਰ ਦੇ ਤਾਂ ਹੱਥ ਪੱਲੇ ਕੁਝ ਨਹੀਂ ਹੈ, ਕਿਉਂਕਿ ਜਿਹੜਾ ਸਾਡਾ ਸਿਸਟਮ ਹੈਗਾ ਫੈਡਰਲ ਢਾਂਚੇ ਦੇ ਉੱਪਰ ਲਗਾਤਾਰ ਹਮਲੇ ਹੋ ਰਹੇ ਨੇ। ਸਾਰੀ ਜਿਹੜੀ ਤਾਕਤ ਹੈ ਉਹਦਾ ਕੇਂਦਰੀਕਰਨ ਹੋ ਰਿਹਾ ਹੈ। ਮੈਨੂੰ ਇਦਾਂ ਲੱਗ ਰਿਹਾ ਕਿ ਅੱਜ ਪੰਜਾਬ ਦੇ CM ਕੋਲ ਇੱਕ ਨਾਰਮਲ ਮੇਅਰ ਜਿੰਨੀ ਪਾਵਰ ਹੈਗੀ ਹੈ, ਪਰ ਇਹਦੇ ਬਾਵਜੂਦ ਵੀ ਮੈਂ ਪੰਜਾਬ ਸਰਕਾਰ ਨੂੰ ਤੇ ਪੰਜਾਬ ਦੀਆਂ ਸਾਰੀਆਂ ਜਿਹੜੀਆਂ ਸਿਆਸੀ ਧਿਰਾਂ ਨੇ ਉਹਨਾਂ ਨੂੰ ਇਹ ਬੇਨਤੀ ਜ਼ਰੂਰ ਕਰੂੰਗਾ ਕਿ ਜਿਹੜਾ ਪੰਜਾਬ ਹਮੇਸ਼ਾ ਹੀ ਫੈਡਰਲ ਢਾਂਚੇ ਦੀ ਗੱਲ ਕਰਦਾ ਰਿਹਾ ਉਹਦੇ ਉੱਤੇ ਸਾਨੂੰ ਡਟ ਕੇ ਸਟੈਂਡ ਲੈਣਾ ਚਾਹੀਦਾ ਹੈ। ਤੇ ਜਿਹੜਾ ਇਸ ਤਰ੍ਹਾਂ ਦਾ ਕਤਲ ਹੈ, ਜਿਹੜਾ ਕਤਲ ਭਾਵੇਂ ਸਿੱਖ ਦਾ ਹੈ, ਹਿੰਦੂ ਦਾ ਹੈ, ਉਹਦਾ ਧਰਮ ਨਾਲ ਤਾਂ ਕੋਈ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਉਦਾਂ ਹੀ ਬੰਦੇ ਮਾਰ ਦੇਣੇ ਨੇ, ਇਹਦਾ ਤਾਂ ਹਰ ਬੰਦਾ ਨਿਖੇਧੀ ਕਰੂ। ਤੇ ਪੰਜਾਬ ਸਰਕਾਰ ਨੂੰ ਵੀ ਵਿਧਾਨ ਸਭਾ ਦੇ ਵਿੱਚ ਇਦਾਂ ਦੇ ਹੋਏ ਕਤਲਾਂ ਦੀ ਨਿਖੇਧੀ ਦਾ ਮਤਾ ਪਾਸ ਕਰਕੇ ਜਿਹੜਾ ਉੱਥੇ ਕੇਂਦਰ ਸਰਕਾਰ ਨੂੰ ਭੇਜਣਾ ਚਾਹੀਦਾ ਤੇ ਇਹਦੇ ਨਾਲ ਨਾਲ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਵੀ ਮਤਾ ਪਾਉਣਾ ਚਾਹੀਦਾ। ਜਿਵੇਂ ਜੈ ਲਲਿਤਾ ਨੇ ਤਾਮਿਲਨਾਡੂ ਦੇ ਵਿੱਚ ਰਾਜੀਵ ਗਾਂਧੀ ਦੇ ਕਾਤਲਾਂ ਦੇ ਹੱਕ ਵਿੱਚ ਮਤਾ ਪਾਇਆ ਸੀਗਾ ਤੇ ਉਹਦਾ ਅਸਰ ਵੀ ਹੋਇਆ ਸੀ, ਉਸੇ ਤਰ੍ਹਾਂ ਇਹਨਾਂ ਮਸਲਿਆਂ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ। ਤੇ ਜਿਹੜੀ 295 ਧਾਰਾ ਹੈਗੀ ਹੈ ਉਹਨੂੰ ਸਖਤ ਕਰਨ ਲਈ ਵੀ ਪੰਜਾਬ ਸਰਕਾਰ ਵਿਧਾਨ ਸਭਾ 'ਚ ਮਤਾ ਪਾ ਕੇ
ਉਹਨੂੰ ਜਿਹੜਾ ਕੇਂਦਰ ਨੂੰ ਭੇਜੇ, ਤਾਂ ਜੋ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਵੀ ਰੁਕ ਸਕਣ ਤੇ ਸਾਡੇ ਬੰਦੀ ਸਿੰਘ ਵੀ ਜਿਹੜੇ ਰਿਹਾ ਹੋ ਕੇ ਸਾਰੀ ਉਮਰ ਉਹਨਾਂ ਨੇ ਗੁਜ਼ਾਰ ਦਿੱਤੀ ਹੈ ਜੇਲ੍ਹਾਂ ਦੇ ਵਿੱਚ, ਉਹਨਾਂ ਦਾ ਬੁਢਾਪਾ ਜਿਹੜਾ ਹੈਗਾ ਘੱਟੋ ਘੱਟ ਉਹ ਹੁਣ ਆਪਣੇ ਪਰਿਵਾਰਾਂ ਦੇ ਵਿੱਚ ਬਤੀਤ ਕਰ ਸਕਣ ਜੀ। ਹਰਜਿੰਦਰ ਜੀ, ਪਰ ਸਵਾਲ ਜੇ ਭਾਰਤ ਸਰਕਾਰ ਤੇ ਉੱਠੇ ਨੇ ਤਾਂ ਕੈਨੇਡੀਅਨ ਗਵਰਨਮੈਂਟ ਦੀਆਂ ਖੁਫੀਆ ਏਜੰਸੀਆਂ ਬਚਾਅ ਤੰਤਰ ਤੇ ਵੀ ਤਾਂ ਉੱਠੇ ਨੇ ਨਾ, ਕਿ ਉਹ ਆਪਣੇ ਨਾਗਰਿਕ ਨੂੰ ਬਚਾ ਨਹੀਂ ਸਕੀਆਂ, ਉਹਨਾਂ ਦੇ ਕੋਲ ਇਸ ਦੀ ਇਨਫੋਰਮੇਸ਼ਨ ਹੀ ਨਹੀਂ ਪਹੁੰਚੀ। ਬਿਲਕੁਲ ਉਹ ਤਾਂ ਹੈ। ਮੈਂ ਤਾਂ ਇਹੀ ਗੱਲ ਤੁਹਾਨੂੰ ਸ਼ੁਰੂਆਤ ਵਿੱਚ ਹੀ ਭੈਣ ਜੀ ਇਹ ਦੱਸਿਆ ਕਿ ਦੇਖੋ ਸਿੱਖ ਤਾਂ ਕਿਸੇ ਵੀ ਕੰਟਰੀ ਸੇਫ ਨਹੀਂ। ਇੱਥੋਂ ਲੋਕ ਜਾ ਰਹੇ ਨੇ ਭਾਰਤ ਵਿੱਚੋਂ, ਬਹੁਤ ਸਾਰੇ ਲੋਕ ਇਸ ਕਰਕੇ ਜਾ ਰਹੇ ਨੇ ਕਿ ਸਾਡੀ ਸਿਕਿਉਰਿਟੀ ਦਾ ਮਕਸਦ ਹੈਗਾ, ਅਸੀਂ ਉੱਥੇ ਸਿਕਿਉਰ ਰਵਾਂਗੇ। ਉਹ ਸਿੱਖ ਤਾਂ ਉੱਥੇ ਵੀ ਸਿੱਖ ਮਤਲਬ ਸੁਰੱਖਿਅਤ ਨਹੀਂ ਹੈ, ਤਾਂ ਫਿਰ ਸਾਡੇ ਲਈ ਤਾਂ ਇਹ ਹੈ ਵੀ ਅਸੀਂ ਦੇਖੋ ਪੂਰੇ ਜਦੋਂ ਕਰੋਨਾ ਕਾਲ ਆਇਆ ਤਾਂ ਸਾਰਾ ਵਿਸ਼ਵ ਸਾਡੇ ਨਾਂ ਤੇ, ਸਿੱਖਾਂ ਦੇ ਨਾਂ ਤੇ ਤਾੜੀਆਂ ਮਾਰਦਾ ਕਿ ਦੇਖੋ ਬਈ ਜਾਨ ਦੀ ਪਰਵਾਹ ਨਹੀਂ ਕੀਤੀ, ਪ੍ਰਸ਼ਾਦਾ ਪਾਣੀ ਛਕਾਉਂਦੇ ਆ, ਸਾਰੀ ਜਿਹੜੀਆਂ ਮੈਡੀਕਲ ਸੇਵਾਵਾਂ ਨਿਭਾਉਂਦੇ ਆ। ਜਦੋਂ ਕਿਤੇ ਦੁਨੀਆ ਦੇ ਵਿੱਚ ਲੋੜ ਪੈਂਦੀ ਹੈ, ਕਿਤੇ ਜੰਗ ਲੱਗ ਰਿਹਾ ਹੋਵੇ, ਸਾਨੂੰ ਨਹੀਂ ਪਤਾ ਉਹ ਜੰਗ ਲੜਨ ਵਾਲੇ ਕੌਣ ਨੇ, ਕੌਣ ਹਮਲਾਵਰ ਹੈ, ਕੌਣ ਪੀੜਤ ਹੈ, ਅਸੀਂ ਉੱਥੇ ਪ੍ਰਸ਼ਾਦਾ ਛਕਾਉਣ ਲਈ ਪਹੁੰਚ ਜਾਂਦੇ ਹਾਂ, ਸੀਰੀਆ ਦੇ ਵਿੱਚ ਵੀ, ਹੋਰ ਵੀ ਸਾਰੀਆਂ ਥਾਵਾਂ ਤੇ। ਪਰ ਠੀਕ ਹੈ ਹਰਜਿੰਦਰ ਸਿੰਘ, ਮਾਜ਼ਰਤ ਚਾਹੁੰਦੇ ਹਾਂ, ਇਸੇ ਵਿਚਕਾਰ ਇੱਕ ਹੋਰ ਕੈਨੇਡਾ ਦੀ ਹੀ ਧਰਤੀ ਤੋਂ ਭਾਰਤ ਦੇ ਨਾਲ ਹੀ ਜੁੜੀ ਹੋਈ ਖਬਰ ਆ ਰਹੀ ਹੈ। ਤੁਸੀਂ ਬਣੇ ਰਹੋ, ਇੱਕ ਵਾਰ ਅਸੀਂ ਆਪਣੇ ਦਰਸ਼ਕਾਂ ਨੂੰ ਉਸ ਖਬਰ ਤੋਂ ਜਾਣੂ ਜ਼ਰੂਰ ਕਰਵਾ ਦੇਣਾ ਚਾਹੁੰਦੇ ਹਾਂ। ਕੈਨੇਡਾ ਦੇ PM ਟਰੂਡੋ ਦੇ ਬਿਆਨ ਦੀ ਭਾਰਤ ਨੇ ਨਿੰਦਿਆ ਕੀਤੀ ਹੈ। ਭਾਰਤ ਨੇ ਕੈਨੇਡਾ ਦੇ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ। ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਦੋਸ਼ ਬੇਬੁਨਿਆਦ ਨੇ। ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦਾ ਬਿਆਨ ਆਇਆ। ਹਰਦੀਪ ਸਿੰਘ ਨਿੱਜਰ ਦੇ ਕਤਲ ਨੂੰ ਲੈ ਕੇ ਭਾਰਤ ਤੇ ਉਂਗਲ ਚੁੱਕੀ ਸੀ। ਅਸੀਂ ਉਹਨਾਂ ਦੀ ਸੰਸਦ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਬਿਆਨ ਦੇ ਨਾਲ-ਨਾਲ ਉਹਨਾਂ ਦੇ ਵਿਦੇਸ਼ ਮੰਤਰੀ ਦੇ ਬਿਆਨ ਨੂੰ ਵੀ ਦੇਖਿਆ ਅਤੇ ਰੱਦ ਕੀਤਾ। ਕੈਨੇਡਾ ਦੇ ਵਿੱਚ ਹਿੰਸਾ ਦੀ ਕਿਸੇ ਵੀ ਕਾਰਵਾਈ ਦੇ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਦੋਸ਼ ਬੇਬੁਨਿਆਦ ਨੇ। ਇਸੇ ਤਰ੍ਹਾਂ ਦੇ ਦੋਸ਼ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸਾਡੇ ਪ੍ਰਧਾਨ ਮੰਤਰੀ ਤੇ ਲਾਏ ਸੀ, ਜਿਨ੍ਹਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਰੱਦ ਕਰ ਦਿੱਤਾ ਗਿਆ ਸੀ। ਅਸੀਂ ਕਾਨੂੰਨ ਦੇ ਮਜ਼ਬੂਤੀ ਦੀ ਵਚਨਬੱਧਤਾ ਦੇ ਲਈ ਇੱਕ ਲੋਕਤੰਤਰੀ ਰਾਜਨੀਤਿਕਾਂ ਅਜਿਹੇ ਬੇਬੁਨਿਆਦ ਦੋਸ਼ ਖਾਲਿਸਤਾਨੀ ਅਤਵਾਦੀਆਂ ਅਤੇ ਕੱਟੜਪੰਥੀਆਂ ਤੋਂ ਧਿਆਨ ਹਟਾਉਣਾ ਚਾਹੁੰਦੇ ਨੇ, ਜਿਨ੍ਹਾਂ ਨੂੰ ਕੈਨੇਡਾ ਦੇ ਵਿੱਚ ਪਨਾਹ ਦਿੱਤੀ ਗਈ ਹੈ ਅਤੇ ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨੂੰ ਲਗਾਤਾਰ ਖਤਰਾ ਬਣਾਉਂਦੇ ਰਹਿੰਦੇ ਨੇ। ਇਸ ਮਾਮਲੇ ਤੇ ਕੈਨੇਡੀਅਨ ਸਰਕਾਰ ਦੀ ਅਣਗਹਿਲੀ ਲੰਮੇ ਸਮੇਂ ਤੋਂ ਅਤੇ ਲਗਾਤਾਰ ਚਿੰਤਾ ਦਾ ਵਿਸ਼ਾ ਰਹੀ ਹੈ। ਕੈਨੇਡੀਅਨ ਰਾਜਨੀਤਿਕ ਸ਼ਖਸੀਅਤਾਂ ਦੇ ਵੱਲੋਂ ਅਜਿਹੇ ਤੱਤਾਂ ਪ੍ਰਤੀ ਹਮਦਰਦੀ ਪ੍ਰਗਟ ਕਰਨਾ ਡੂੰਘੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਕੈਨੇਡਾ ਦੇ ਵਿੱਚ ਕਤਲ, ਮਨੁੱਖੀ ਤਸਕਰੀ ਤੇ ਸੰਗਠਿਤ ਅਪਰਾਧ ਸਣੇ ਕਈ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਥਾਂ ਦੇਣਾ ਕੋਈ ਨਵੀਂ ਗੱਲ ਨਹੀਂ ਹੈ। ਅਸੀਂ ਭਾਰਤ ਸਰਕਾਰ ਨੂੰ ਅਜਿਹੇ ਵਿਕਾਸ ਨਾਲ ਅਸੀਂ ਕੈਨੇਡੀਅਨ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਆਪਣੀ ਧਰਤੀ ਤੋਂ ਕੰਮ ਕਰ ਰਹੇ ਸਾਰੇ ਭਾਰਤ ਵਿਰੋਧੀ ਤੱਤਾਂ ਨੂੰ ਤੁਰੰਤ ਅਤੇ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਉਹਨਾਂ ਤੇ ਕਾਰਵਾਈ ਕਰੇ। ਨਵੀਂ ਦਿੱਲੀ ਤੋਂ ਇਹ ਭਾਰਤ ਦੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਤੋਂ ਜਿਹੜੀ ਖਬਰ ਹੈ ਉਹ ਸਾਹਮਣੇ ਆਈ ਹੈ। ਭਾਰਤ ਨੇ ਕਿਨਾਰਾ ਕਰ ਲਿਆ, ਭਾਰਤ ਨੇ ਇਹਨਾਂ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਹੈ। ਸਾਡੇ ਨਾਲ ਹਰਜਿੰਦਰ ਸਿੰਘ ਮਾਂਝੀ ਸਿੱਖ ਪ੍ਰਚਾਰਕ ਨੇ ਲਗਾਤਾਰ ਜੁੜੇ ਹੋਏ ਨੇ। ਹਰਜਿੰਦਰ ਜੀ, ਹੁਣ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦਾ ਭਾਰਤ ਸਰਕਾਰ ਦੀ ਤਰਫੋਂ ਬਿਆਨ ਆਇਆ ਕਿ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਇਸ ਦੇ ਨਾਲ, ਪਰ ਕੈਨੇਡਾ ਹਮੇਸ਼ਾ ਅੱਤਵਾਦ ਨੂੰ ਵਧਾਵਾ ਦਿੰਦਾ ਹੈ ਤੇ ਉੱਥੇ ਜੋ ਖਾਲਿਸਤਾਨ ਦੇ ਕੱਟੜਪੰਥੀ ਬੈਠੇ ਹੋਏ ਨੇ ਉਹਨਾਂ ਨੂੰ ਜਿਹੜੀ ਪਨਾਹਗਾਹ ਹੈ ਕੈਨੇਡਾ ਉਹਨਾਂ ਦਾ ਬਣਿਆ ਹੋਇਆ। ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਭਾਰਤ ਸਰਕਾਰ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ, ਇਹ ਵੱਖਰੀ ਗੱਲ ਹੈ, ਪਰ ਜਿਹੜਾ ਮੈਂ ਕਹਿਣਾ ਚਾਹੁੰਦਾ, ਜਿਹੜੀ ਗੱਲ ਕਰਨੀ ਵੀ ਪਨਾਹਗਾਰ ਬਣ ਗਏ ਦੂਜੇ, ਇਹ ਕੁਦਰਤੀ ਹੁੰਦਾ ਹੈ। ਪੂਰੇ ਵਿਸ਼ਵ ਦੇ ਵਿੱਚ ਇਸ ਤਰ੍ਹਾਂ ਚੱਲ ਰਿਹਾ ਹੈ ਕਿ ਜਿੱਥੇ ਜਿਹੜੇ ਲੋਕਾਂ ਨੂੰ ਖਤਰਾ ਹੁੰਦਾ ਉਹ ਦੂਜੀ ਕੰਟਰੀ ਵਿੱਚ ਚਲੇ ਜਾਂਦੇ ਨੇ। ਜਿਵੇਂ ਕੈਨੇਡਾ ਨੇ ਯੂਕਰੇਨ ਦੇ ਲੋਕਾਂ ਨੂੰ ਵੀ ਬਹੁਤ ਸਾਰਿਆਂ ਲਈ ਰਾਹ ਖੋਲ ਦਿੱਤੇ ਨੇ। ਤਾਂ ਇਹ ਕੋਈ ਨਵੀਂ ਗੱਲ ਨਹੀਂ ਹੈਗੀ। ਹਮੇਸ਼ਾ ਹੀ ਭਾਰਤ ਦੇ ਵਿੱਚ ਵੀ ਜਿਹੜੇ ਅਫਗਾਨਿਸਤਾਨ ਦੇ ਵਿੱਚੋਂ ਕਿਸੇ ਨੂੰ ਖਤਰਾ ਬਣਿਆ ਤਾਂ ਬਹੁਤ ਸਾਰੇ ਸਾਡੇ ਲੋਕ ਨੇ ਜਿਹੜੇ ਉਹ ਅਫਗਾਨਿਸਤਾਨ ਛੱਡ ਕੇ ਭਾਰਤ ਵਿੱਚ ਆ ਕੇ ਸ਼ਰਨ ਲੈ ਰਹੇ ਨੇ, ਤਾਂ ਭਾਰਤ ਵੀ ਉਹਨਾਂ ਨੂੰ ਸ਼ਰਨ ਦੇ ਰਿਹਾ। ਸਾਨੂੰ ਮਤਲਬ ਇਹ ਪੂਰੇ ਵਿਸ਼ਵ ਦੇ ਵਿੱਚ ਇਸ ਤਰ੍ਹਾਂ ਚੱਲਦਾ ਹੈ, ਜਿੱਥੇ ਕੋਈ ਵੀ ਕੌਮ ਖਤਰਾ ਮਹਿਸੂਸ ਕਰਦੀ ਹੈ ਜਾਂ ਕੋਈ ਲੋਕ ਖਤਰਾ ਮਹਿਸੂਸ ਕਰਦੇ ਨੇ ਤਾਂ ਉਹ ਦੂਜੇ ਪਾਸੇ ਚਲੇ ਜਾਂਦੇ ਨੇ। ਭਾਰਤ ਨੇ ਵੀ ਕਿੰਨਿਆਂ ਨੂੰ ਸ਼ਰਨ ਦਿੱਤੀ ਹੋਈ ਹੈ, ਅਸੀਂ ਨੇ ਤਾਂ ਕੈਨੇਡਾ ਵੀ ਦਿੰਦਾ ਹੈ, ਅਮਰੀਕਾ ਵੀ, ਹੋਰ ਸਾਰਿਆਂ ਨੂੰ ਇਹ ਚੱਲਦਾ ਹੈ। ਅਸੀਂ ਤਾਂ ਜੀ ਪੀਸਫੁਲੀ ਚਾਹੁੰਦੇ ਹਾਂ, ਪੂਰੇ ਵਿਸ਼ਵ ਦੇ ਵਿੱਚ ਸ਼ਾਂਤੀ ਚਾਹੁੰਦੇ ਹਾਂ ਤੇ ਸਾਨੂੰ ਤਾਂ ਮਤਲਬ ਗੁਰੂ ਸਾਹਿਬ ਨੇ ਇਹੀ ਅਰਦਾਸ ਕਰਨ ਦੀ ਪ੍ਰੇਰਨਾ ਦਿੱਤੀ ਹੈ ਕਿ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ।
ਜਿੱਤ ਦੁਆਰਾ ਉਭਰੈ ਤਿੱਤੈ ਲਿਹੋ ਆਵਾਜ਼। ਦੁਨੀਆ ਭਾਵੇਂ ਅੰਦਰੋਂ ਵਿਕਾਰਾਂ ਦੀ ਅੱਗ ਵਿੱਚ ਮੱਚ ਰਹੀ ਹੈ ਜਾਂ ਬਾਹਰ ਕਿਤੇ ਅੱਗ ਲੱਗੀ ਹੈ, ਅਸੀਂ ਤਾਂ ਰੱਬ ਨੂੰ ਇਹੀ ਕਹਿੰਦੇ ਕਿ ਸ਼ਾਂਤੀ ਹੋਣੀ ਚਾਹੀਦੀ ਹੈ। ਅਸੀਂ ਪੀਸਫੁਲ ਲੋਕ ਹਾਂ, ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਾਂ ਤੇ ਪੂਰੇ ਵਿਸ਼ਵ ਦੇ ਵਿੱਚ ਸਾਡੀ ਜਿਹੜੀ ਸ਼ਾਂਤੀ ਹੈ, ਸਾਡੀ ਜਿਹੜੀ ਸੇਵਾ ਹੈ, ਉਹਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਨੇ। ਤੇ ਭਾਰਤ ਦੀ ਬਾਉਂਡਰੀ ਦੇ ਅੰਦਰ ਵੀ ਅਸੀਂ ਸੇਫ ਨਹੀਂ ਹਾਂ ਸਿੱਖ। ਆਪਾਂ ਤਾਂ ਗੱਲ ਕੈਨੇਡਾ ਦੀ ਕਰ ਰਹੇ ਹਾਂ ਅੱਜ, ਪਰ ਭਾਰਤ ਦੀ ਬਾਉਂਡਰੀ ਦੇ ਅੰਦਰ ਤੁਸੀਂ ਦੇਖੋ ਅੱਜ ਹਾਲਾਤ ਵੇਖੋ ਕਿ ਜਿਹੜੇ ਗੈਂਗਸਟਰ ਨੇ ਉਹ ਜੇਲ੍ਹਾਂ ਦੇ ਵਿੱਚੋਂ ਇੰਟਰਵਿਊਆਂ ਕਰ ਰਹੇ ਨੇ, ਜੇਲ੍ਹਾਂ ਦੇ ਵਿੱਚੋਂ ਉਹਨਾਂ ਦੀਆਂ ਵੀਡੀਓ ਕਾਲਾਂ ਲੀਕ ਹੋ ਰਹੀਆਂ ਨੇ। ਭਾਰਤ ਦੇ ਹਿੱਸੇ ਵਿੱਚ ਹੀ ਇਹ ਸਭ ਕੁਝ ਹੋ ਰਿਹਾ। ਤਾਂ ਜਿਹੜੇ ਸਾਡੇ ਸਿੱਧੂ ਮੂਸੇਵਾਲਾ ਵਰਗੇ ਬੰਦੇ ਨੇ ਉਹਨਾਂ ਦੇ ਕਤਲ ਹੋ ਰਹੇ ਨੇ। ਤਾਂ ਹੋਰ ਵੀ ਮਤਲਬ ਇੱਥੇ ਵੀ ਸਭ ਕੁਝ ਸੇਫ ਨਹੀਂ ਹੈਗਾ। ਸੋ ਸਾਨੂੰ ਸਾਰਿਆਂ ਨੂੰ ਜਿਹੜਾ ਕੰਮ ਕਰਨ ਦੀ ਲੋੜ ਹੈਗੀ ਹੈ। ਭਾਰਤ ਸਰਕਾਰ ਹੈ ਉਹ ਆਪਣੀ ਜਿਹੜੀ ਸਥਿਤੀ ਜਿਹੜੀ ਸਪਸ਼ਟ ਕੀਤੀ ਹੈ। ਤਾਂ ਕੈਨੇਡਾ ਹੁਣ ਕੀ ਜਵਾਬ ਦਿੰਦਾ ਹੈ ਤਾਂ ਹੁਣ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਪਤਾ ਲੱਗਣਾ ਵੀ ਕੀ ਕੁਛ ਜਿਹੜਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੁੰਦਾ ਹੈ ਜਾਂ ਸਿਰਫ ਉਦਾਂ ਹੀ ਬਿਆਨਾਂ ਤੱਕ ਗੱਲ ਰਹਿ ਜਾਂਦੀ ਹੈ। ਜੀ ਤੁਸੀਂ ਉਮੀਦ ਕੀ ਕਰ ਰਹੇ ਹੋ ਭਾਰਤ ਸਰਕਾਰ ਤੋਂ ਤੇ ਕੈਨੇਡੀਅਨ ਸਰਕਾਰ ਤੋਂ? ਮੈਂ ਤਾਂ ਬੇਨਤੀ ਕਰ ਸਕਦਾ ਇਹਨਾਂ ਨੂੰ ਤੇ ਕਿ ਭਾਵੇਂ ਭਾਰਤ ਸਰਕਾਰ ਹੈ ਜਾਂ ਕੈਨੇਡਾ ਸਰਕਾਰ ਹੈ, ਆਪਣੇ ਨਾਗਰਿਕ ਦੀ ਰੱਖਿਆ ਕਰਨ ਦਾ ਇਹਨਾਂ ਦਾ ਮੁੱਢਲਾ ਫਰਜ਼ ਬਣਦਾ ਹੈ। ਜੇ ਨਿੱਜਰ ਸਾਹਿਬ ਜਾਂ ਹੋਰ ਬੰਦਿਆਂ ਦੇ ਕਤਲ ਹੋਏ ਨੇ ਤਾਂ ਜਿੱਥੇ ਉੱਥੇ ਕੈਨੇਡਾ ਸਰਕਾਰ ਦਾ ਵੀ ਉਨਾ ਹੀ ਮਤਲਬ ਫਰਜ਼ ਸੀਗਾ ਉਹਨਾਂ ਨੂੰ ਸੰਭਾਲਣ ਦਾ, ਪਰ ਉਹ ਕਿਤੇ ਨਾ ਕਿਤੇ ਕੁਤਾਹੀ ਹੋਈ ਹੈ। ਇਹਦੇ ਲਈ ਮਤਲਬ ਆਪਣੇ ਨਾਗਰਿਕਾਂ ਦੀ ਸੋਹਣੇ ਢੰਗ ਨਾਲ ਸੁਰੱਖਿਆ ਕਰਨ ਪੂਰੇ ਵਿਸ਼ਵ ਵਿੱਚ ਜਿਹੜੇ ਸਰਕਾਰਾਂ ਚਲਾਉਣ ਵਾਲੇ ਲੋਕ ਨੇ, ਕਿਉਂਕਿ ਉਹਦੇ ਨਾਲ ਫਿਰ ਇੱਕ ਦੂਜੇ ਦੇ ਦੇਸ਼ ਵਿੱਚ ਜਾਣਾ ਹੀ ਨਾ ਪਵੇ ਉਹਨਾਂ ਨੂੰ। ਯੂਕਰੇਨ ਵਾਲੇ ਯੂਕਰੇਨ 'ਚ ਰਹਿਣ, ਭਾਰਤ ਵਾਲੇ ਭਾਰਤ 'ਚ ਰਹਿਣ, ਕੈਨੇਡਾ ਵਾਲੇ ਕੈਨੇਡਾ 'ਚ ਰਹਿਣ, ਤਾਂ ਮਤਲਬ ਇੱਕ ਦੂਜੇ ਪਾਸੇ ਦਿੱਕਤ ਨਾ ਆਵੇ। ਤੇ ਸਾਨੂੰ ਆਪਣੇ ਨਾਗਰਿਕਾਂ ਦੀ ਜਿਹੜੀ ਰੱਖਿਆ ਕਰਨ ਦਾ ਮੁੱਢਲਾ ਜਿਹੜਾ ਫਰਜ਼ ਬਣਦਾ ਹੈ ਹੁਕਮਰਾਨ ਧਿਰ ਦਾ, ਉਹ ਨਿਭਾਉਣ ਦੀ ਲੋੜ ਹੈ। ਜੀ ਹਰਜਿੰਦਰ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੁਸੀਂ ਡੇਲੀ ਪੋਸਟ ਪੰਜਾਬ, ਹਰਿਆਣਾ, ਹਿਮਾਚਲ ਦੇ ਨਾਲ ਜੁੜੇ, ਤੁਸੀਂ ਆਪਣਾ ਸਮਾਂ ਕੱਢਿਆ ਤੇ ਆਪਣਾ ਸਟੈਂਡ ਸਪਸ਼ਟ ਕੀਤਾ। ਪ੍ਰਿੰਕਾ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਤੇ ਪੂਰੀ ਜਾਣਕਾਰੀ ਤੁਸੀਂ ਸਾਨੂੰ ਮੁਹੱਈਆ ਕਰਵਾਈ ਹੈ। ਤੇ ਇੱਕ ਪਾਸੇ ਜਿੱਥੇ ਕੈਨੇਡਾ ਨੇ ਇਲਜ਼ਾਮ ਲਗਾਏ ਨੇ ਕਿ ਹਰਦੀਪ ਸਿੰਘ ਨਿੱਜਰ ਦੀ ਕਤਲ ਦੇ ਵਿੱਚ ਭਾਰਤ ਦਾ ਹੱਥ ਹੋ ਸਕਦਾ, ਤਾਂ ਦੂਜੇ ਪਾਸੇ ਭਾਰਤ ਸਰਕਾਰ ਦੀ ਤਰਫੋਂ ਵੀ ਬਿਆਨ ਆਇਆ ਕਿ ਸਾਡਾ ਕੋਈ ਹੱਕ ਨਹੀਂ ਹੈ। ਉਲਟਾ ਕੈਨੇਡਾ ਤੇ ਹੀ ਇਲਜ਼ਾਮ ਲਾਏ ਨੇ ਕਿ ਖਾਲਿਸਤਾਨੀਆਂ ਨੂੰ ਪਨਾਹ ਹੈ ਜਿਹੜੀ ਕੈਨੇਡੀਅਨ ਗਵਰਨਮੈਂਟ ਦਿੰਦੀ ਹੈ। Over the past number of weeks, Canadian security agencies have been actively pursuing credible allegations of a potential link between agents of the government of India and the killing of a Canadian citizen, Hardeep Singh Nijjar. Canada is a rule of law country. The protection of our citizens and defense of our sovereignty are fundamental. Our top priorities have therefore been, one, that our law enforcement and security agencies ensure the continued safety of all Canadians, and two, that all steps be taken to hold perpetrators of this murder to account. Canada has declared its deep concerns to the top intelligence and security officials of the Indian government. Last week at the G20, I brought them personally and directly to Prime Minister Modi in no uncertain terms. Any involvement of a foreign government in the killing of a Canadian citizen on Canadian soil is an unacceptable violation of our sovereignty. फिलहाल एक छोटे से ब्रेक लिए रुकते हैं, हाजिर होने हैं। Daily Post, Punjab, Haryana, Himachal. Journalism of hope.